ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 233 ਤੇ ਅੱਧ ਵਿਚਾਲੇ ਜਿੱਥੇ ਨਵਾਂ ਪੈਰਾ ਸ਼ੁਰੂ ਹੁੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਰਮਾਤਮਾ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਗੌੜੀ ਬੈਰਾਗਣ ਮਹਿਲਾ ਤੀਜਾ। ਰਾਗ ਦਾ ਨਾਂ ਹੈ ਗੌੜੀ ਬੈਰਾਗਣ ਔਰ ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਸਤਿਗੁਰ ਤੇ ਜੋ ਮੂੰਹ ਫੇਰੇ ਤੇ ਵੇਮੁਖ ਬੁਰੇ ਦਿਸਨ, ਅਣਦਿਨ ਬੱਧੇ ਮਾਰੀਅਨ ਫਿਰ ਵੇਲਾ ਨਾ ਲਹਨ। ਸਤਿਗੁਰ ਤੇ ਜੋ ਮੂੰਹ ਫੇਰੇ, ਜਿਹੜਾ ਗੁਰੂ ਵੱਲ ਆਪਣਾ ਮੂੰਹ ਘੁਮਾ ਲੈ, ਭਾਵ ਮਨਮੁਖ ਹੋ ਜਾਏ। ਉਹਨਾਂ ਨੂੰ ਵੇਮੁਖ ਵੀ ਕਿਹਾ, ਮਨਮੁਖ ਵੀ ਕਿਹਾ। ਬੁਰੇ ਦਿਸਣ, ਉਹ ਦੇਖਣ ਨੂੰ ਭੈੜੇ ਲੱਗਦੇ ਨੇ ਵੀ ਦੇਖੋ ਇਹਨਾਂ ਗੁਰੂ ਵੱਲ ਪਿੱਠ ਕਰ ਲਈ ਹੈ, ਇਹ ਗੁਰੂ ਨੂੰ ਚੰਗਾ ਨਹੀਂ ਸਮਝਦੇ, ਇਸ ਲਈ ਕਹਿੰਦੇ ਬੁਰੇ ਦਿਖਾਈ ਦਿੰਦੇ ਹਨ। ਅਣਦਿਨ ਬੱਧੇ ਮਾਰੀਅਨ, ਫਿਰ ਜਦੋਂ ਧਰਮਰਾਜ ਦੀ ਕਚਹਿਰੀ ਪਹੁੰਚਦੇ ਨੇ ਫਿਰ ਉਹਨਾਂ ਨੂੰ ਦਿਨ ਰਾਤ ਬੰਨ੍ਹ ਕੇ ਕੁੱਟਿਆ ਜਾਂਦਾ ਹੈ। ਫਿਰ ਵੇਲਾ ਨਾ ਲਹਣ, ਫਿਰ ਉਹਨਾਂ ਨੂੰ ਵੇਲਾ ਨਹੀਂ ਮਿਲਦਾ ਵੀ ਅਸੀਂ ਗੁਰੂ ਵਾਲੇ ਹੋ ਜਾਈਏ। ਹਰ ਹਰ ਰਾਖੋ ਕਿਰਪਾ ਧਾਰ, ਸਤ ਸੰਗਤ ਮਿਲਾਏ ਪ੍ਰਭ, ਹਰ ਹਿਰਦੈ ਹਰ ਗੁਣ ਸਾਰ। ਪਰ ਜੇ ਪਰਮਾਤਮਾ ਕਿਰਪਾ ਕਰਦੇ, ਉਹ ਕੀ ਕਰਦਾ ਕਿਰਪਾ? ਸਤ ਸੰਗਤ ਮਿਲਾਏ ਪ੍ਰਭ, ਫਿਰ ਪਰਮਾਤਮਾ ਇਹੋ ਜਿਹੇ ਜੀਵਾਂ ਨੂੰ ਸਤ ਸੰਗਤ ਵਿੱਚ ਮਿਲਾਉਂਦਾ ਹੈ। ਫਿਰ ਉਹ ਜੀਵ ਕੀ ਕਰਦੇ? ਹਿਰਦੈ ਹਰ ਗੁਣ ਸਾਰ, ਸਾਰ ਦਾ ਯਾਦ ਰੱਖਣਾ। ਉਹ ਹਿਰਦੇ 'ਚ ਫਿਰ ਹਰੀ ਦੇ ਗੁਣਾਂ ਨੂੰ ਯਾਦ ਕਰਦੇ ਰਹਿੰਦੇ ਹਨ। ਪਰਮਾਤਮਾ ਕਿਰਪਾ ਕਰਦਾ ਹੈ, ਫਿਰ ਜੀਵ ਨੂੰ ਸਤ ਸੰਗਤ 'ਚ ਮਿਲਾਉਂਦਾ ਹੈ। ਫਿਰ ਜੀਵ ਸਤਸੰਗ 'ਚ ਆ ਕੇ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ, ਹਿਰਦੇ 'ਚ ਉਹਦੀ ਯਾਦ ਨੂੰ ਵਸਾ ਲੈਂਦਾ ਹੈ। ਸੇ ਭਗਤ ਹਰ ਭਾਮਦੇ, ਜੋ ਗੁਰਮੁਖ ਭਾਏ ਚਲਨ, ਆਪ ਛੋੜ ਸੇਵਾ ਕਰਨ, ਜੀਵਤ ਮੂਏ ਰਹਨ। ਪਰਮਾਤਮਾ ਨੂੰ ਕਿਹੜੇ ਭਗਤ ਚੰਗੇ ਲੱਗਦੇ ਨੇ? ਹਰ ਭਗਤ, ਸੇ ਭਗਤ ਹਰ ਭਾਮਦੇ, ਭਾਮਦੇ ਮੈਨੂੰ ਚੰਗੇ ਲੱਗਦੇ ਹਨ। ਉਹ ਭਗਤ ਪਰਮਾਤਮਾ ਨੂੰ ਚੰਗੇ ਲੱਗਦੇ ਹਨ ਜੋ ਗੁਰਮੁਖ ਭਾਏ ਚਲਨ। ਭਾਏ ਹੁੰਦੀ ਮਰਜ਼ੀ, ਜੋ ਗੁਰੂ ਦੀ ਮਰਜ਼ੀ ਅਨੁਸਾਰ ਚੱਲਦੇ ਹਨ। ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਕਰਮ ਕਰਦੇ ਨੇ, ਉਹ ਕਹਿੰਦੇ ਵਿਅਕਤੀ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਉਹ ਕੀ ਕਰਦੇ ਨੇ? ਆਪ ਛੋੜ ਸੇਵਾ ਕਰਨ। ਉਹ ਆਪ ਹਉਮੈ ਭਾਵ, ਉਹ ਹਉਮੈ ਭਾਵ ਛੱਡ ਕੇ ਫਿਰ ਪਰਮਾਤਮਾ ਦਾ ਸਿਮਰਨ ਕਰਦੇ ਨੇ। ਜੀਵਤ ਮੂਏ ਰਹਨ, ਉਹ ਜਿਉਂਦੇ ਹੋਏ ਮਰੇ ਹੋਏ ਰਹਿੰਦੇ ਨੇ। ਭਾਵ ਉਹ ਜਿਉਂਦੇ ਹੀ ਆਪਣੀ ਹਉਮੈ ਨੂੰ, ਮੋਹ ਮਾਇਆ ਨੂੰ ਤਿਆਗ ਦਿੰਦੇ ਹਨ ਅਤੇ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ। ਗੁਰੂ ਦੇ ਆਖੇ ਲੱਗਦੇ ਹਨ। ਇਸ ਲਈ ਇਹੋ ਜਿਹੇ ਭਗਤ ਪਰਮਾਤਮਾ ਨੂੰ ਚੰਗੇ ਲੱਗਦੇ ਹਨ। ਉਹ ਵਿਅਕਤੀ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਚੱਲਦੇ ਨੇ, ਜਿਹੜੇ ਹਉਮੈ ਤਿਆਗ ਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਸੇ ਭਗਤ ਹਰ ਭਾਮਦੇ, ਸੇ ਭਗਤ ਹਰ ਭਾਮਦੇ,
ਜੋ ਗੁਰਮੁਖ ਭਾਏ ਚਲਨ, ਜੋ ਗੁਰਮੁਖ ਭਾਏ ਚਲਨ, ਆਪ ਛੋੜ ਸੇਵਾ ਕਰਨ, ਆਪ ਛੋੜ ਸੇਵਾ ਕਰਨ, ਆਪ ਛੋੜ ਸੇਵਾ ਕਰਨ, ਆਪ ਛੋੜ ਸੇਵਾ ਕਰਨ। ਜੀਵਤ ਮੁਏ ਰਹਨ, ਜੀਵਤ ਮੁਏ ਰਹਨ, ਜੀਵਤ ਮੁਏ ਰਹਨ, ਜੀਵਤ ਮੁਏ ਰਹਨ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ, ਉਹ ਕਿਉਂ ਮਨੋ ਵਿਸਾਰੀਐ, ਹਰ ਰੱਖੀਐ ਹਿਰਦੈ ਧਾਰ। ਜਿਸ ਦਾ ਪਿੰਡ ਪ੍ਰਾਣ ਹੈ, ਜਿਹਦਾ ਦਿੱਤਾ ਹੋਇਆ ਸਰੀਰ ਹੈ, ਜਿਸ ਦੇ ਦਿੱਤੀ ਹੋਈ ਜਿੰਦ ਹੈ, ਤਿਸ ਕੀ ਸਰਕਾਰ, ਉਹਦਾ ਹੁਕਮ ਹੀ ਚੱਲਦਾ ਹੈ। ਉਹਦਾ ਮਨੁੱਖਾਂ 'ਤੇ ਉਸ ਦੇ ਹੁਕਮ ਚੱਲਦਾ ਹੈ, ਜਿਸ ਨੇ ਸਾਨੂੰ ਸਰੀਰ ਦਿੱਤਾ ਹੈ, ਜਿਹਨੇ ਸਾਨੂੰ ਜਿੰਦ ਦਿੱਤੀ ਹੈ। ਉਹ ਕਿਉਂ ਮਨੋਂ ਵਿਸਾਰੀਏ, ਉਹ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ। ਕਿਸ ਨੂੰ? ਜਿਸ ਨੇ ਸਰੀਰ ਦਿੱਤਾ ਹੈ, ਜਿਸ ਨੇ ਜਿੰਦ ਦਿੱਤੀ ਹੈ, ਜਿਹਦਾ ਹੁਕਮ ਚੱਲਦਾ ਹੈ, ਉਹ ਮਨ ਤੋਂ ਨਹੀਂ ਵਿਸਾਰਨਾ ਚਾਹੀਦਾ। ਹਰ ਰੱਖੀਐ ਹਿਰਦੈ ਧਾਰ, ਸਗੋਂ ਪਰਮਾਤਮਾ ਨੂੰ ਹਿਰਦੇ 'ਚ ਵਸਾ ਕੇ ਰੱਖਣਾ ਚਾਹੀਦਾ। ਧਾਰਾਂ ਦਾ ਵਸਾ ਕੇ ਰੱਖਣਾ, ਹਿਰਦੇ 'ਚ ਪਰਮਾਤਮਾ ਨੂੰ ਵਸਾ ਕੇ ਰੱਖਣਾ ਚਾਹੀਦਾ ਹੈ। ਉਸ ਨੂੰ ਭੁਲਾਉਣਾ ਨਹੀਂ ਚਾਹੀਦਾ, ਕਿਉਂਕਿ ਉਹਨੇ ਸਾਨੂੰ ਸਰੀਰ ਦਿੱਤਾ ਹੈ, ਉਹਨੇ ਸਾਨੂੰ ਜਿੰਦ ਦਿੱਤੀ ਹੈ, ਉਹਦਾ ਹੁਕਮ ਹੀ ਸਾਡੇ 'ਤੇ ਚੱਲਦਾ ਹੈ। ਨਾਮ ਮਿਲੇ ਪਤ ਪਾਈਐ, ਨਾਮ ਮੰਨੇ ਸੁਖ ਹੋਏ, ਸਤਿਗੁਰ ਤੇ ਨਾਮ ਪਾਈਐ, ਕਰਮ ਮਿਲੇ ਪ੍ਰਭ ਸੋਏ। ਨਾਮ ਮਿਲੇ ਪਤ ਪਾਈ, ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਫਿਰ ਮਨੁੱਖ ਨੂੰ ਇੱਜ਼ਤ ਮਿਲਦੀ ਹੈ। ਜਿਹੜਾ ਬੰਦਾ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਸਮਾਂ ਪਾ ਕੇ ਲੋਕ ਉਹਦਾ ਆਦਰ ਮਾਣ ਕਰਨਾ ਸ਼ੁਰੂ ਕਰਦੇ, ਉਹਨੂੰ ਇੱਜ਼ਤ ਮਿਲਦੀ ਹੈ। ਨਾਮ ਮੰਨਿਆ ਸੁਖ ਹੋਏ, ਨਾਮ ਨੂੰ ਮੰਨਣ ਨਾਲ ਫਿਰ ਸੁੱਖ ਮਿਲਦਾ ਹੈ, ਸੁੱਖ ਮਿਲਦਾ। ਸਤਿਗੁਰ ਦੇ ਨਾਮ ਪਾਈਏ। ਹੁਣ ਨਾਮ ਕਿੱਥੋਂ ਪ੍ਰਾਪਤ ਹੋਵੇ? ਗੁਰੂ ਤੋਂ। ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਕਰਮ ਮਿਲੇ ਪ੍ਰਭ ਆਏ। ਫਿਰ ਜੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ, ਕਰਮ ਦੀ ਬਖਸ਼ਿਸ਼, ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਪਰਮਾਤਮਾ ਮਿਲਦਾ ਹੈ। ਕਿਉਂਕਿ ਜਿਹੜਾ ਨਾਮ ਜਪਦਾ ਹੈ ਉਹਨੂੰ ਇੱਜ਼ਤ ਮਿਲਦੀ ਹੈ, ਜਿਹੜਾ ਨਾਮ ਜਪਦਾ ਹੈ ਉਹਨੂੰ ਸੁੱਖ ਮਿਲਦਾ ਹੈ। ਨਾਮ ਗੁਰੂ ਤੋਂ ਮਿਲਦਾ ਹੈ, ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਪਰਮਾਤਮਾ ਮਿਲਦਾ ਹੈ। ਨਾਮ ਮਿਲਿਆ ਪਤ ਪਾਈਐ, ਨਾਮ ਮਿਲਿਆ ਪਤ ਪਾਈਐ, ਨਾਮ ਮਿਲਿਆ ਪਤ ਪਾਈਐ, ਨਾਮ ਮਿਲਿਆ ਪਤ ਪਾਈਐ। ਨਾਮ ਮੰਨਿਆ ਸੁਖ ਹੋਏ, ਨਾਮ ਮੰਨਿਆ ਸੁਖ ਹੋਏ, ਨਾਮ ਮੰਨਿਆ ਸੁਖ ਹੋਏ, ਨਾਮ ਮੰਨਿਆ ਸੁਖ ਹੋਏ। ਸਤਿਗੁਰ ਤੇ ਨਾਮ ਪਾਈਐ, ਸਤਿਗੁਰ ਤੇ ਨਾਮ ਪਾਈਐ, ਸਤਿਗੁਰ ਤੇ ਨਾਮ ਪਾਈਐ, ਸਤਿਗੁਰ ਤੇ ਨਾਮ ਪਾਈਐ। ਕਰਮ ਮਿਲੈ ਪ੍ਰਭ ਸੋਏ, ਕਰਮ ਮਿਲੈ ਪ੍ਰਭ ਸੋਏ, ਕਰਮ ਮਿਲੈ ਪ੍ਰਭ ਸੋਏ, ਕਰਮ ਮਿਲੈ ਪ੍ਰਭ ਸੋਏ। ਅੱਗੇ ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰੇ, ਓਏ ਭਰਮ ਦੇ ਨਾ ਟਿਕਣ। ਧਰਤ ਅਸਮਾਨ ਨਾ ਝਲੇ, ਵਿੱਚ ਵਿਸ਼ਟਾ ਪਏ ਪਚਨ। ਵਿਸ਼ਟਾ ਹਿੰਦੀ ਦਾ ਸ਼ਬਦ ਹੈ ਗੰਦਗੀ।
ਸਤਿਗੁਰ ਤੇ ਜੋ ਮੂੰਹ ਫੇਰੇ, ਜੋ ਗੁਰੂ ਵੱਲੋਂ ਆਪਣਾ ਮੂੰਹ ਫੇਰ ਲੈਂਦੇ ਹਨ, ਭਾਵ ਗੁਰੂ ਨੂੰ ਪਸੰਦ ਨਹੀਂ ਕਰਦੇ, ਗੁਰੂ ਦੇ ਆਖੇ ਨਹੀਂ ਲੱਗਦੇ, ਗੁਰੂ ਦਾ ਸਤਿਕਾਰ ਨਹੀਂ ਕਰਦੇ, ਉਹ ਇਹ ਭਰਮ ਦੇ ਨਾ ਟਿਕਣ। ਉਹ ਭਟਕਦੇ ਰਹਿੰਦੇ ਨੇ, ਭਟਕਦੇ ਰਹਿੰਦੇ ਨੇ, ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਕੋਈ ਟਿਕਾ ਨਹੀਂ ਮਿਲਦਾ ਉਹਨਾਂ ਨੂੰ। ਧਰਤ ਅਸਮਾਨ ਨਾ ਝੱਲੇ, ਧਰਤੀ ਤੋਂ ਲੈ ਕੇ ਅਸਮਾਨ ਤੱਕ ਕੋਈ ਉਹਨਾਂ ਦਾ ਓਟ ਆਸਰਾ ਨਹੀਂ ਬਣਦਾ। ਵਿੱਚ ਵਿਸ਼ਟਾ ਪਏ ਪਚਨ, ਉਹ ਤਾਂ ਇਸ ਤਰ੍ਹਾਂ ਜਿਵੇਂ ਗੰਦਗੀ 'ਚ ਪਏ ਹੋਣ ਅਤੇ ਉਹਦੇ ਗਲ ਸੜ ਜਾਣ। ਪਚਨ ਹੁੰਦਾ ਗਲ ਸੜ ਜਾਣ, ਉਹ ਤਾਂ ਗੰਦਗੀ 'ਚ ਪਏ ਹੋਏ ਗਲ ਸੜ ਜਾਂਦੇ ਹਨ। ਇਸ ਲਈ ਭਾਈ ਗੁਰੂ ਵਾਲੇ ਹੋਣਾ ਚਾਹੀਦਾ, ਗੁਰੂ ਵੱਲ ਮੂੰਹ ਨਹੀਂ ਫੇਰਨਾ ਚਾਹੀਦਾ, ਨਹੀਂ ਤਾਂ ਕਿਤੇ ਓਟ ਆਸਰਾ ਹੀ ਨਹੀਂ ਮਿਲਣਾ। ਅਤੇ ਅਗਲਾ ਜਿਹੜਾ ਜੀਵਨ ਮਿਲਣਾ ਹੈ ਉਹ ਗੰਦਗੀ ਵਾਲਾ ਮਿਲਣਾ। ਕਈ ਜੀਵ ਗੰਦਗੀ 'ਚ ਹੀ ਪੈਦਾ ਹੁੰਦੇ ਨੇ, ਗੰਦਗੀ ਹੀ ਖਾਂਦੇ ਨੇ, ਗੰਦਗੀ 'ਚ ਹੀ ਮਰ ਜਾਂਦੇ ਨੇ। ਇਹ ਜਗ ਭਰਮ ਭੁਲਾਇਆ, ਮੋਹ ਠਗੋਲੀ ਪਾਏ, ਜਿਨ੍ਹਾਂ ਸਤਿਗੁਰ ਭੇਟਿਆ, ਤਿਨ ਨੇੜ ਨਾ ਭਿਟੈ ਮਾਏ। ਇਹ ਜਿਹੜਾ ਸੰਸਾਰ ਹੈ, ਪਰਮਾਤਮਾ ਨੂੰ ਭਰਮ 'ਚ ਪਾ ਕੇ ਭੁਲਾ ਦਿੱਤਾ ਹੈ। ਇਹ ਸਹੀ ਰਸਤੇ ਨੂੰ ਭੁੱਲ ਗਏ ਨੇ, ਇਹ ਪਰਮਾਤਮਾ ਦਾ ਨਾਮ ਜਪਣਾ ਭੁੱਲ ਗਏ ਨੇ। ਪਰਮਾਤਮਾ ਨੇ ਕੀ ਕੀਤਾ? ਮੋਹ ਠਗੋਲੀ ਪਾਈ। ਠਗੋਲੀ ਹੁੰਦੀ ਠੱਗ ਬੂਟੇ। ਪੁਰਾਣੇ ਜ਼ਮਾਨੇ 'ਚ ਠੱਗਾਂ ਕੋਲ ਇੱਕ ਬੂਟੀ ਹੁੰਦੀ ਸੀ, ਨਾਲ ਕੋਈ ਜਾ ਰਿਹਾ ਉਹਨੂੰ ਸੰਘਾ ਦਿਆ ਕਰਦੇ ਸਨ, ਉਹ ਬੇਹੋਸ਼ ਹੋ ਜਾਏਗਾ, ਬੇਹੋਸ਼ ਹੋ ਜਾਏਗਾ, ਉਹਨੂੰ ਲੁੱਟ ਲਿਆ ਕਰਦੇ। ਪਰਮਾਤਮਾ ਨੇ ਕਾਹਦੀ ਠੱਗ ਬੂਟੀ ਪਾਈ ਹੈ? ਮੋਹ ਦੀ। ਸੰਸਾਰ ਦੇ ਵਿੱਚ ਮੋਹ ਪੈਦਾ ਕਰ ਦਿੱਤਾ ਹੈ। ਮੋਹ 'ਚ ਪੈ ਕੇ ਬੰਦਾ ਭਰਮ 'ਚ ਪੈ ਗਿਆ ਹੈ, ਇਸ ਰੱਬ ਨੂੰ ਭੁੱਲ ਗਿਆ ਹੈ। ਉਹ ਰੱਬ ਨੂੰ ਭੁੱਲ ਗਿਆ, ਰੱਬ ਦਾ ਨਾਮ ਨਹੀਂ ਜਪਦਾ, ਉਹ ਮੋਹ 'ਚ ਫਸ ਗਿਆ ਹੈ। ਜਿਨ੍ਹਾਂ ਸਤਿਗੁਰ ਭੇਟਿਆ ਤੇ ਨੇੜ ਨਾ ਭਿਟੈ ਮਾਏ। ਜਿਨ੍ਹਾਂ ਨੂੰ ਗੁਰੂ ਮਿਲ ਪਿਆ ਹੈ, ਫਿਰ ਮਾਇਆ ਉਹਨਾਂ ਦੇ ਨੇੜੇ ਨਹੀਂ ਆਉਂਦੀ। ਮਾਇਆ ਫਿਰ ਇਹ ਮਾਇਆ ਉਹਨਾਂ ਦੇ ਨੇੜੇ ਨਹੀਂ ਆਉਂਦੀ। ਨਹੀਂ ਤਾਂ ਪਰਮਾਤਮਾ ਨੇ ਸੰਸਾਰ ਨੂੰ ਮੋਹ ਮਾਇਆ ਦੀ ਬੂਟੀ ਸੰਘਾਤੀ ਹੈ। ਇਹ ਭਰਮ 'ਚ ਪੈ ਕੇ ਰੱਬ ਨੂੰ ਭੁੱਲ ਗਿਆ ਹੈ। ਪਰ ਜਿਹੜੇ ਗੁਰੂ ਨੂੰ ਮਿਲ ਪੈਂਦੇ ਹਨ, ਉਹ ਇਹ ਮੋਹ ਮਾਇਆ ਉਹਨਾਂ ਦੇ ਨੇੜੇ ਨਹੀਂ ਆਉਂਦੀ ਹੈ। ਸਤਿਗੁਰ ਸੇਵਨ ਸੋ ਸੋਹਣੇ, ਹਉਮੈ ਮੈਲ ਗਵਾਏ, ਸ਼ਬਦ ਰਤੇ ਸੇ ਨਿਰਮਲੇ, ਚੱਲਹਿ ਸਤਿਗੁਰ ਭਾਏ। ਸਤਿਗੁਰ ਸੇਵਨ ਸੋ ਸੋਹਣੇ, ਜਿਹੜੇ ਗੁਰੂ ਦੀ ਸੇਵਾ ਕਰਦੇ ਹਨ, ਗੁਰੂ ਦੇ ਆਖੇ ਲੱਗਦੇ ਹਨ, ਉਹ ਸੋਹਣੇ ਲੱਗਦੇ ਨੇ। ਹਉਮੈ ਮੈਲ ਗਵਾਏ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਖਤਮ ਕਰ ਲੈਂਦੇ ਨੇ, ਕਿਉਂਕਿ ਸੇਵਾ ਕਰਨਾ ਨਿਮਰਤਾ ਪੈਦਾ ਹੁੰਦੀ ਹੈ। ਸੇਵਾਦਾਰ ਇਸ ਗੱਲ ਤੋਂ ਬਚਣਾ ਚਾਹੀਦਾ। ਬਹੁਤੇ ਸੇਵਾਦਾਰ 'ਚ ਹਉਮੈ ਪੈਦਾ ਹੋ ਜਾਂਦੀ ਹੈ। ਹੋਣੀ ਚਾਹੀਦੀ ਹੈ ਨਿਮਰਤਾ। ਇੱਥੇ ਕਈ ਵਾਰ ਉਲਟਾ ਹੋ ਜਾਂਦਾ, ਉਹ ਫਿਰ ਕੁਝ ਵੀ ਨਹੀਂ ਖੜ ਸਕਦੇ ਹਨ। ਇਸ ਲਈ ਆਪਣੇ ਅੰਦਰੋਂ ਹਉਮੈ ਦੀ ਮੈਲ ਖਤਮ ਕਰ ਲੈਂਦੇ ਹਨ, ਕਿ ਉਹ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਆਖੇ ਲੱਗਦੇ ਨੇ। ਸ਼ਬਦ ਰਤੇ ਸੇ ਨਿਰਮਲੇ, ਉਹ ਨਾਮ ਨਾਲ ਰੰਗੇ ਜਾਂਦੇ ਹਨ ਕਿ ਨਾਮ ਜਪਦੇ ਰਹਿੰਦੇ ਨੇ। ਚੱਲੈ ਸਤਿਗੁਰ ਪਾਏ, ਉਹ ਗੁਰੂ ਦੇ ਆਖੇ ਲੱਗਦੇ ਹਨ, ਉਹ ਗੁਰੂ ਮਹਾਰਾਜ ਦੀ ਇੱਛਾ ਅਨੁਸਾਰ ਚੱਲਦੇ ਹਨ, ਨਾਮ ਜਪਦੇ ਹਨ ਅਤੇ ਨਿਰਮਲ ਹੋ ਜਾਂਦੇ ਹਨ। ਸਤਿਗੁਰ ਸੇਵਨ ਸੋ ਸੋਹਣੇ, ਸਤਿਗੁਰ ਸੇਵਨ ਸੋ ਸੋਹਣੇ, ਹਉਮੈ ਮੈਲ ਗਵਾਏ, ਹਉਮੈ ਮੈਲ ਗਵਾਏ।
शब्द रते से निर्मले, शब्द रते से निर्मले, ਚੱਲੈ ਸਤਿਗੁਰ ਪਾਏ, ਚੱਲੈ ਸਤਿਗੁਰ ਪਾਏ। ਉਹ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਆਖੇ ਲੱਗਦੇ ਨੇ, ਗੁਰੂ ਦੀ ਮਰਜ਼ੀ ਅਨੁਸਾਰ ਚੱਲਦੇ ਹਨ, ਨਾਮ ਜਪਦੇ ਨੇ ਅਤੇ ਫਿਰ ਨਿਰਮਲ ਹੋ ਜਾਂਦੇ ਹਨ। ਕਿਉਂਕਿ ਨਿਰਮਲ ਜਦੋਂ ਮਨੁੱਖ ਹੋ ਜਾਂਦਾ ਫਿਰ ਤਾਂ ਪਰਮਾਤਮਾ ਨਾਲ ਮੇਲ ਹੋ ਜਾਂਦਾ, ਕਿਉਂਕਿ ਪਰਮਾਤਮਾ ਨਿਰਮਲ ਹੈ। ਨਿਰਮਲ ਦਾ ਨਿਰਮਲ ਨਾਲ ਮੇਲ ਹੋ ਸਕਦਾ, ਮੈਲੇ ਦਾ ਮੈਲੇ ਨਾਲ ਹੋ ਸਕਦਾ, ਨਿਰਮਲ ਨਾਲ ਨਹੀਂ ਹੋ ਸਕਦਾ। ਹਰ ਪ੍ਰਭ ਦਾਤਾ ਏਕ ਤੂੰ, ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸ਼ਰਨਾਗਤੀ, ਜਿਉ ਭਾਵੈ ਤਿਵੇਂ ਛੁਡਾਏ। ਹਰ ਪ੍ਰਭ ਦਾਤਾ ਏਕ ਤੂੰ, ਹੇ ਪਰਮਾਤਮਾ ਇੱਕ ਤੂੰ ਹੀ ਦਾਤਾ। ਗੁਰੂ ਨੇ ਦੱਦਾ ਦਾਤਾ ਏਕ ਹੈ, ਦਾਤਾ ਦੀ ਇੱਕੋ ਹੀ ਹੈ ਅਤੇ ਉਹ ਪਰਮਾਤਮਾ ਹੈ। ਹਰ ਪ੍ਰਭ ਦਾਤਾ ਏਕ ਤੂੰ, ਹੇ ਪਰਮਾਤਮਾ ਤੂੰ ਹੀ ਸਿਰਫ ਇੱਕ ਦਾਤਾ ਹੈ। ਤੂੰ ਆਪੇ ਬਖਸ਼ ਮਿਲਾਏ, ਜੀਵ ਨੂੰ ਬਖਸ਼ ਕੇ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਨੂੰ ਬਖਸ਼ਦਾ ਹੈ, ਪਿਛਲੇ ਔਗਣ ਬਖਸ਼ ਲੈ, ਪਰਮਾਤਮਾ ਔਗਣ ਬਖਸ਼ ਦਿੰਦਾ ਹੈ, ਫਿਰ ਆਪਣੇ ਨਾਲ ਮਿਲਾ ਲੈਂਦਾ। ਜਨ ਨਾਨਕ ਸ਼ਰਨਾਗਤੀ, ਗੁਰੂ ਮਹਾਰਾਜ ਕਹਿੰਦੇ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ, ਜਿਉਂ ਭਾਵੈ ਤਿਵੇਂ ਛੁਡਾਏ। ਹੇ ਪਰ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਸਾਨੂੰ ਇਸ ਮੋਹ ਮਾਇਆ ਤੋਂ ਛੁਡਾ ਲੈ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਸਾਨੂੰ ਇਸ ਮੋਹ ਮਾਇਆ ਤੋਂ ਛੁਡਾ ਲੈ, ਅਸੀਂ ਤੇਰੀ ਸ਼ਰਨ 'ਚ ਆਏ ਹਾਂ। ਹਰ ਪ੍ਰਭ ਦਾਤਾ ਏਕ ਤੂੰ, ਹਰ ਪ੍ਰਭ ਦਾਤਾ ਏਕ ਤੂੰ, ਹਰ ਪ੍ਰਭ ਦਾਤਾ ਏਕ ਤੂੰ, ਹਰ ਪ੍ਰਭ ਦਾਤਾ ਏਕ ਤੂੰ। ਤੂੰ ਆਪੇ ਬਖਸ਼ ਮਿਲਾਏ, ਤੂੰ ਆਪੇ ਬਖਸ਼ ਮਿਲਾਏ, ਤੂੰ ਆਪੇ ਬਖਸ਼ ਮਿਲਾਏ, ਤੂੰ ਆਪੇ ਬਖਸ਼ ਮਿਲਾਏ। ਜਨ ਨਾਨਕ ਸ਼ਰਨਾਗਤੀ, ਜਨ ਨਾਨਕ ਸ਼ਰਨਾਗਤੀ, ਜਨ ਨਾਨਕ ਸ਼ਰਨਾਗਤੀ, ਜਨ ਨਾਨਕ ਸ਼ਰਨਾਗਤੀ। ਜਿਉਂ ਭਾਵੈ ਤਿਵੇਂ ਛੁਡਾਏ, ਜਿਉਂ ਭਾਵੈ ਤਿਵੇਂ ਛੁਡਾਏ। ਅੱਗੇ ਕਹਿੰਦੇ ਰਾਗ ਗੌੜੀ ਪੂਰਬੀ, ਰਾਗ ਦਾ ਨਾਂ ਗੌੜੀ ਪੂਰਬੀ, ਮਹਿਲਾ ਚੌਥਾ। ਹੁਣ ਚੌਥੇ ਪਾਤਸ਼ਾਹ ਦੀ ਬਾਣੀ ਹੈ ਕਰਹਲੇ। ਰਾਜਸਥਾਨ ਦੇ ਊਠ ਨੂੰ ਕਰਹਲਾ ਕਹਿੰਦੇ ਨੇ, ਇੰਗਲਿਸ਼ ਵਾਲੇ ਕੈਮਲ ਕਹਿੰਦੇ ਨੇ, ਹਿੰਦੀ ਵਾਲੇ ਊਂਟ ਕਹਿੰਦੇ ਨੇ, ਪੰਜਾਬੀ ਵਾਲੇ ਉੱਠ ਕਹਿੰਦੇ ਨੇ, ਰਾਜਸਥਾਨ ਵਾਲੇ ਇਸ ਨੂੰ ਕਹਿੰਦੇ ਕਰਹਲਾ। ਖਾਸ ਕਰਕੇ ਉਸ ਊਠ ਨੂੰ ਕਰਹਲਾ ਕਹਿੰਦੇ ਨੇ ਜਿਹਨੂੰ ਖੁੱਲ੍ਹਾ ਛੱਡਿਆ ਹੋਵੇ, ਜਿਹੜਾ ਕੋਈ ਇਸ ਦਰਖਤ ਦੇ ਪੱਤੇ ਖਾ ਰਿਹਾ ਫਿਰ ਅਗਲੇ ਚਲਿਆ ਗਿਆ, ਫਿਰ ਅਗਲੇ ਚਲਿਆ ਗਿਆ, ਇੱਕ ਤਾਂ 'ਤੇ ਟਿਕਿਆ ਨਹੀਂ। ਮਨ ਨੂੰ ਵੀ ਕਰਹਲਾ ਕਿਹਾ ਕਿਉਂਕਿ ਮਨ ਇੱਕ ਥਾਂ 'ਤੇ ਟਿਕਦਾ ਨਹੀਂ ਹੈ। ਇਹ ਊਠ ਦੀ ਨਿਆਈ ਕਦੇ ਕਿਤੇ ਕਦੇ ਕਿਤੇ ਰਹਿੰਦਾ ਹੈ, ਇਸ ਲਈ ਇਹਨੂੰ ਕਰਹਲੇ ਕਿਹਾ ਹੈ। ਇਹ ਹੈਡਿੰਗ ਰੱਖਦਾ ਬਾਣੀ ਦਾ ਵੀ ਚੌਥੇ ਪਾਤਸ਼ਾਹ ਦੀ ਬਾਣੀ ਦਾ ਕੀ ਨਾਂ ਹੈ? ਕਰਹਲੇ। ਜਿਵੇਂ ਆਪਾਂ ਆਨੰਦ ਸਾਹਿਬ ਜੀ, ਇਹ ਜਪਜੀ ਸਾਹਿਬ ਹੈ ਜੀ, ਚੌਪਈ ਸਾਹਿਬ ਹੈ ਜੀ, ਇਸ ਤਰ੍ਹਾਂ ਕਰਹਲੇ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦਿ, ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਰਹਲੇ ਮਨ ਪਰਦੇਸੀਆ, ਕਿਉਂ ਮਿਲੀਐ ਹਰ ਮਾਏ,
ਗੁਰ ਭਾਗ ਪੂਰੈ ਪਾਇਆ, ਗਲ ਮਿਲਿਆ ਪਿਆਰਾ ਆਏ। ਕਰਹ ਲੈ ਮਨ ਪਰਦੇਸੀਆ, ਹੈ ਮਨਾ ਤੂੰ ਅਵਾਰਾ ਹੈ, ਤੂੰ ਪਰਦੇਸੀ ਹੈ, ਤੂੰ ਇੱਕ ਥਾਂ 'ਤੇ ਟਿਕਦਾ ਨਹੀਂ ਹੈ, ਕਦੇ ਕਿਤੇ ਕਦੇ ਕਿਤੇ। ਕਿਉਂ ਮਿਲੀਆ ਹਰ ਮਾਏ, ਉਹ ਪਰਮਾਤਮਾ ਜੋ ਸਾਡੀ ਮਾਂ ਹੈ, ਉਹਨੂੰ ਫਿਰ ਤੂੰ ਕਿਵੇਂ ਮਿਲ ਸਕਦਾ ਹੈ? ਤੂੰ ਤਾਂ ਟਿਕਦਾ ਹੀ ਨਹੀਂ ਹੈ। ਤੇਰਾ ਮਨ ਤੇ ਪਰਦੇਸੀ ਹੈ, ਕਦੇ ਕਿਤੇ ਕਦੇ ਕਿਤੇ, ਉਹ ਟਿਕਦਾ ਨਹੀਂ ਹੈ। ਇਸ ਲਈ ਪਰਮਾਤਮਾ ਜੋ ਸਾਡੀ ਮਾਂ ਦੀ ਨਿਆਈ ਹੈ, ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਅੱਗੇ ਜਵਾਬ ਦਿੰਦੇ ਨੇ, ਗੁਰ ਭਾਗ ਪੂਰੇ ਪਾਇਆ। ਪੂਰੇ ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮਾੜੇ ਭਾਗਾਂ ਵਾਲੇ ਨੂੰ ਬਦਕਿਸਮਤ ਦਾ ਗੁਰੂ ਮਿਲਦਾ ਹੀ ਨਹੀਂ ਹੈਗਾ। ਸਾਡੇ ਜਿਹੜੇ ਅੰਮ੍ਰਿਤਧਾਰੀ ਬੈਠੇ ਨੇ, ਇਹਨਾਂ ਦੇ ਵੱਡੇ ਭਾਗ ਕਿ ਇਹਨਾਂ ਨੂੰ ਗੁਰੂ ਮਿਲੇ ਅਤੇ ਫਿਰ ਗੁਰੂ ਵਾਲੇ ਹੋ ਗਏ। ਗੁਰ ਭਾਗ ਪੂਰੇ ਪਾਇਆ। ਜਦੋਂ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਗਲ ਮਿਲਿਆ ਪਿਆਰਾ ਆਏ। ਪਰਮਾਤਮਾ ਪਿਆਰਾ ਆਪ ਹੀ ਗਲ ਲਾ ਕੇ ਮਿਲ ਪੈਂਦਾ ਹੈ। ਇਸ ਜੀਵ ਦੇ ਗਲ ਲਾ ਕੇ ਪਰਮਾਤਮਾ ਮਿਲਦਾ ਹੈ। ਗੁਰੂ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ। ਸੋ ਇਸ ਲਈ ਕਹਿਣ ਦਾ ਕੀ ਭਾਵ ਹੈ ਕਿ ਹੇ ਪਰਦੇਸੀ ਮਨਾ, ਹੇ ਅਵਾਰਾ ਮਨਾ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ? ਹਾਂ, ਤੇਰੇ ਵੱਡੇ ਭਾਗ ਹੋਣ, ਫਿਰ ਤੈਨੂੰ ਗੁਰੂ ਮਿਲੇ, ਫਿਰ ਤੂੰ ਗੁਰੂ ਦੇ ਆਖੇ ਲੱਗੇ, ਫਿਰ ਪਰਮਾਤਮਾ ਤੈਨੂੰ ਆ ਕੇ ਮਿਲ ਸਕਦਾ ਹੈ। ਮਨ ਕਰਹਲਾ ਸਤਿਗੁਰ ਪੁਰਖ ਧਿਆਏ। ਹੇ ਅਵਾਰਾ ਮਨ, ਤੂੰ ਪਰਮਾਤਮਾ ਨੂੰ ਧਿਆ। ਸਤਿਗੁਰ ਪੁਰਖ ਪਰਮਾਤਮਾ ਨੂੰ ਧਿਆ ਤੂੰ, ਪਰਮਾਤਮਾ ਦਾ ਨਾਮ ਜਪ। ਮਨ ਕਰਹਲਾ ਸਤਿਗੁਰ ਪੁਰਖ ਧਿਆਏ। ਮਨ ਕਰਹਲਾ ਸਤਿਗੁਰ ਪੁਰਖ ਧਿਆਏ। ਮਨ ਕਰਹਲਾ ਪੁਰਖ ਧਿਆਏ। ਮਨ ਕਰਹਲਾ ਪੁਰਖ ਧਿਆਏ। ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪੋ, ਕਿਉਂਕਿ ਉਂਝ ਨਹੀਂ ਟਿਕਦਾ ਮਨ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਇੱਕ ਦਿਨ ਇਹ ਮਨ ਟਿਕ ਜਾਏਗਾ। ਜਿੱਦੇ ਮਨ ਟਿਕੇ, ਉਹਦੇ ਮਹਾਨ ਸੁਖ ਸ਼ਾਂਤੀ ਦੀ ਪ੍ਰਾਪਤੀ ਹੋ ਜਾਣੀ ਹੈ। ਤਾਂ ਹੀ ਪਰਮਾਤਮਾ ਮਿਲ ਸਕਦਾ ਜੇ ਮਨ ਟਿਕੇਗਾ। ਪਹਿਲਾਂ ਤਾਂ ਪਰਮਾਤਮਾ ਦਾ ਨਾਮ ਜਪਣਾ ਮਨ ਨੂੰ ਟਿਕਾਉਣ ਲਈ। ਜਦੋਂ ਮਨ ਟਿਕ ਗਿਆ, ਫਿਰ ਅਸੀਂ ਨਾਮ ਜਪਾਂਗੇ, ਫਿਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਜਿਹਨਾਂ ਜੇ ਮਨ ਨਹੀਂ ਟਿਕਦਾ, ਉਹਨਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈਗੀ। ਇਸ ਲਈ ਕਹਿੰਦੇ, ਹੇ ਕਰਹਲਾ ਮਨਾ, ਤੂੰ ਪਰਮਾਤਮਾ ਨੂੰ ਜਪ। ਮਨ ਕਰਹਲਾ ਵਿਚਾਰੀਆ, ਹਰ ਰਾਮ ਨਾਮ ਧਿਆਏ। ਹੇ ਅਵਾਰਾ ਮਨ, ਹੈ ਤਾਂ ਤੂੰ ਵਿਚਾਰਵਾਨ, ਪਰ ਤੂੰ ਹੋ ਗਿਆ ਅਵਾਰਾ। ਕਈ ਬੰਦੇ ਚੰਗੇ ਹੁੰਦੇ ਨੇ, ਪਰ ਕੁਸੰਗਤ ਮਿਲਣ ਕਰਕੇ ਉਹ ਮਾੜੇ ਹੋ ਜਾਂਦੇ ਨੇ। ਜਿਉਂ ਹੀ ਫਿਰ ਉਹਨਾਂ ਨੂੰ ਸਤ ਸੰਗਤ ਮਿਲਦੀ ਹੈ, ਫਿਰ ਚੰਗੇ ਹੋ ਜਾਂਦੇ ਨੇ। ਇਸ ਤਰ੍ਹਾਂ ਹੈ ਤੇ ਮਨ ਵਿਚਾਰਵਾਨ, ਪਰ ਇਹ ਅਵਾਰਾ ਹੋ ਗਿਆ ਹੈ। ਹੇ ਵਿਚਾਰ ਮਨ, ਵਿਚਾਰਵਾਨ ਮਨ, ਹੇ ਅਵਾਰਾ ਮਨ, ਹਰ ਰਾਮ ਨਾਮ ਧਿਆਏ। ਤੂੰ ਪਰਮਾਤਮਾ ਦਾ ਨਾਮ ਜਪ। ਕੀ ਮਿਲੇਗਾ ਜੀ? ਆਪੇ ਪ੍ਰਸ਼ਨ ਕਰ ਲਿਆ ਕਰੋ ਵੀ ਨਾਮ ਜਪ ਜੀ ਕੀ ਮਿਲੇਗਾ। ਕਹਿੰਦੇ, ਜਿੱਥੇ ਲੇਖਾ ਮੰਗੀਐ, ਹਰ ਆਪੇ ਲੈ ਛਡਾਏ। ਜਿੱਥੇ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਨਾ, ਉੱਥੇ ਪਰਮਾਤਮਾ ਤੈਨੂੰ ਛਡਾ ਲਏਗਾ। ਨਹੀਂ ਤਾਂ ਫਿਰ ਤੇਰੇ ਕਰਮਾਂ ਅਨੁਸਾਰ ਜਮਦੂਤਾਂ ਨੇ ਸਜ਼ਾ ਦੇਣੀ ਹੈ।
ਤੇ ਕਿਉਂਕਿ ਤੂੰ ਨਾਮ ਜਪਿਆ ਹੋਏਗਾ, ਫਿਰ ਪਰਮਾਤਮਾ ਤੈਨੂੰ ਛੁਡਾ ਲਏਗਾ ਉੱਥੇ। ਮਨ ਕਰਹਲਾ ਵਿਚਾਰਿਆ, ਮਨ ਕਰਹਲਾ ਵਿਚਾਰਿਆ, ਹਰ ਰਾਮ ਨਾਮ ਧਿਆਏ, ਹਰ ਰਾਮ ਨਾਮ ਧਿਆਏ, ਜਿੱਥੈ ਲੇਖਾ ਮੰਗੀਐ, ਜਿੱਥੈ ਲੇਖਾ ਮੰਗੀਐ, ਜਿੱਥੈ ਲੇਖਾ ਮੰਗੀਐ, ਜਿੱਥੈ ਲੇਖਾ ਮੰਗੀਐ, ਹਰ ਆਪੇ ਲੈ ਛਡਾਏ, ਹਰ ਆਪੇ ਲੈ ਛਡਾਏ, ਇਸ ਲਈ ਨਾਮ ਜਪਦੇ ਰਹਿਣਾ ਚਾਹੀਦਾ। ਫਿਰ ਆਪਾਂ ਨੂੰ ਜਮਾਂ ਦਾ ਕੋਈ ਡਰ ਨਹੀਂ ਕਿ ਪਰਮਾਤਮਾ ਆਪੇ ਨੂੰ ਛੱਡਾ ਲਏਗਾ। ਮਨ ਕਰਹਲਾ ਅਤ ਨਿਰਮਲਾ, ਮਨ ਲਾਗੀ ਹਉਮੈ ਆਏ, ਪ੍ਰਤੱਖ ਪਿਰ ਕਰ ਨਾਲ ਪਿਆਰਾ, ਵਿਛੜ ਚੋਟਾਂ ਖਾਏ। ਹੇ ਅਵਾਰਾ ਮਨ, ਹੈ ਤਾਂ ਤੂੰ ਅਤੀ ਨਿਰਮਲ ਸੀ, ਪਰ ਹੋਇਆ ਕਿ ਮਨ ਲਾਗੀ ਹਉਮੈ ਆਏ, ਤੇਰੇ ਅੰਦਰ ਹਉਮੈ ਪੈਦਾ ਹੋ ਗਈ, ਇਸ ਕਰਕੇ ਤੇਰਾ ਮਨ ਮੈਲਾ ਹੋ ਗਿਆ। ਤੇਰੇ ਮਨ ਨੂੰ ਹਉਮੈ ਦੀ ਮੈਲ ਲੱਗੀ। ਹੈ ਤਾਂ ਤੂੰ ਨਿਰਮਲ ਸੀ, ਪ੍ਰਤੱਖ ਪਿਰ ਘਰ ਨਾਲ ਪਿਆਰਾ। ਇਹ 'ਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਾਡੇ ਹਿਰਦੇ 'ਚ ਸਾਡੇ ਨਾਲ ਹੀ ਹੈ। ਵਿਛੜ ਚੋਟਾਂ ਖਾਏ, ਪਰ ਉਸ ਤੋਂ ਇਹ ਵਿਛੜ ਗਿਆ ਹੈ। ਕਿਉਂ ਵਿਛੜ ਗਿਆ? ਉਹਨੂੰ ਭੁਲਾ ਦਿੱਤਾ ਹੈ। ਪਰਮਾਤਮਾ ਨੂੰ ਭੁਲਾ ਕੇ ਉਹਦੇ ਨਾਲ ਵਿਛੜ ਗਿਆ, ਹੁਣ ਚੋਟਾਂ ਖਾਏ। ਹੁਣ ਦੁੱਖ ਰੂਪੀ ਚੋਟਾਂ ਖਾਂਦਾ ਹੈ, ਦੁਖੀ ਹੁੰਦਾ ਰਹਿੰਦਾ ਹੈ। ਪਰਮਾਤਮਾ ਹੈ ਤੇ ਨਾਲ ਹੀ ਘਰ 'ਚ ਹਿਰਦੇ ਦੇ ਵਿੱਚ ਹੀ ਹੈ, ਪਰ ਉਸ ਤੋਂ ਵਿਛੜਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ। ਹੈ ਤੇ ਪਵਿੱਤਰ ਸੀ, ਹੈ ਤੇ ਨਿਰਮਲ ਸੀ, ਪਰ ਹਉਮੈ ਦੀ ਮੈਲ ਲੱਗ ਪਈ। ਹਉਮੈ ਦੀ ਮੈਲ ਲੱਗ ਗਈ, ਮੈਲਾ ਹੋ ਗਿਆ। ਕਿਉਂ ਅਸੀਂ ਛੋਟੀ ਛੋਟੀ ਗੱਲਾਂ 'ਤੇ ਹੰਕਾਰ ਕਰਦੇ ਰਹਿੰਦੇ। ਕੋਈ ਛੋਟੀ ਮੋਟੀ ਪ੍ਰਾਪਤੀ ਹੋ ਜਾਏ, ਹਉਮੈ ਕਰਦੇ, ਉਹ ਮੈਲ ਲੱਗਦੀ ਰਹਿੰਦੀ। ਪਰਮਾਤਮਾ ਕਹਿੰਦਾ ਜਿਸ ਚੀਜ਼ ਤੈਨੂੰ ਪ੍ਰਾਪਤੀ ਉਹ ਤਾਂ ਮੈਂ ਕਰਵਾਈ ਹੈ, ਤਾਂ ਮੈਂ ਕਰਵਾਈ। ਤੂੰ ਕਲਾਸ 'ਚ ਫਸਟ ਆਇਆ ਤਾਂ ਮੈਂ ਤੈਨੂੰ ਫਸਟ ਕਢਾਇਆ। ਮੈਂ ਤੈਨੂੰ ਦਿਮਾਗ ਦਿੱਤਾ, ਮੈਂ ਤੈਨੂੰ ਮਿਹਨਤ ਦੀ ਆਦਤ ਦਿੱਤੀ, ਤਾਂ ਤੂੰ ਫਸਟ ਆਇਆ। ਮੰਨ ਲਓ ਮੈਂ ਤੈਨੂੰ ਦਿਮਾਗ 'ਤੇ ਦਿੰਦਾ ਪਰ ਮਿਹਨਤ ਦੀ ਆਦਤ ਨਾ ਦਿੰਦਾ ਤਾਂ ਵੀ ਨਹੀਂ ਫਸਟ ਆਉਣਾ। ਜੇ ਮੈਂ ਤੈਨੂੰ ਮਿਹਨਤੀ 'ਤੇ ਬਣਾਉਂਦਾ ਪਰ ਦਿਮਾਗ ਨਾ ਦਿੰਦਾ ਤਾਂ ਵੀ ਨਹੀਂ ਸੀ ਆਉਣਾ। ਇਸ ਲਈ ਦਿਮਾਗ ਵੀ ਪਰਮਾਤਮਾ ਦਿੰਦਾ ਹੈ, ਮਿਹਨਤ ਕਰਨ ਦੀ ਆਦਤ ਵੀ ਪਰਮਾਤਮਾ ਦਿੰਦਾ ਹੈ, ਸਤ ਸੰਗਤ ਕਰਨ ਦਾ ਆਦਤ ਵੀ, ਸੁਭਾਅ ਵੀ, ਸੋਚ ਵੀ ਪਰਮਾਤਮਾ ਸਾਡੇ ਅੰਦਰ ਪੈਦਾ ਕਰਦਾ ਹੈ। ਪਰਮਾਤਮਾ ਨੇ ਸਾਨੂੰ ਭੇਜਿਆ ਸਤ ਸੰਗਤ 'ਚ। ਕੱਲ੍ਹ ਮੈਨੂੰ ਪਰਮਾਤਮਾ ਬਾਜ਼ਾਰ ਭੇਜਤਾ, ਜਾਂ ਫੁੱਲ ਖਰੀਦ ਕੇ ਲਿਆ, ਰਹਿ ਗਈ ਨਾ। ਅੱਜ ਉਹਨੇ ਕਿਹਾ ਨਹੀਂ ਚੱਲ ਕਰ ਕਥਾ ਵਰਤ। ਇਹ ਤਾਂ ਉਹਦੀ ਮਰਜ਼ੀ ਹੈ, ਉਹਦੀ ਮਰਜ਼ੀ ਹੈ, ਸਾਡੀ ਨਹੀਂ ਚੱਲੇਗੀ। ਅਸੀਂ 5 ਬੰਦਿਆਂ ਨੇ ਅਪਲਾਈ ਕੀਤਾ ਨਨਕਾਣਾ ਸਾਹਿਬ ਜਾਣ ਲਈ। ਉਹ 4 ਦਾ ਵੀਜ਼ਾ ਲੱਗ ਗਿਆ, ਮੇਰਾ ਵਿੱਚ ਇਕੱਲੇ ਦੇ ਲੱਗੇ ਹੀ ਨਹੀਂ। ਮੇਰੇ ਭਰਾ ਦੇ ਲੱਗ ਗਿਆ, ਮੇਰੀ ਭਰਜਾਈ ਦੇ ਲੱਗ ਗਿਆ, ਬਲਜੀਤ ਸਿੰਘ ਦੇ ਲੱਗ ਗਿਆ, ਰਜਨੀ ਦੇ ਲੱਗ ਗਿਆ। ਮੈਂ 5 ਨੇ ਅਪਲਾਈ ਕੀਤਾ, ਮੇਰਾ ਲੱਗੇ ਹੀ ਨਹੀਂ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪੁੱਛਿਆ, ਉਹ ਕਹਿੰਦੇ ਨਾ ਜੀ ਸਾਡਾ ਕੰਮ ਨਹੀਂ ਹੈ। ਅਸੀਂ ਤਾਂ ਦਿੱਲੀ ਐਂਬੈਸੀ ਨੂੰ ਭੇਜਦੇ ਨੇ, ਪਾਕਿਸਤਾਨ ਦੀ ਜਿਹੜੀ ਐਂਬੈਸੀ ਹੈ ਦਿੱਲੀ, ਉੱਥੇ ਭੇਜ ਦਿੰਦੇ, ਉਹੀ ਵੀਜ਼ੇ ਲਾ ਕੇ ਭੇਜਦੇ। ਕਾਰਨ ਨਹੀਂ ਦੱਸਦੇ, ਕਾਰਨ ਨਹੀਂ ਦੱਸਦੇ ਵੀ ਕਿਉਂ ਰਿਜੈਕਟ ਕੀਤਾ ਹੈ। ਇਸ ਲਈ ਸਾਨੂੰ ਨਹੀਂ ਪਤਾ ਹੈਗਾ। ਨਹੀਂ ਸੀ ਨਾ, ਫਿਰ ਭਾਗਾਂ 'ਚ ਨਹੀਂ ਸੀ ਵੀ ਨਹੀਂ ਸੱਜਣਾ ਇੱਥੇ ਹੀ ਰਹਿ ਤੂੰ। ਸੋ ਇਸ ਲਈ ਠੀਕ ਹੈ, ਯਤਨ ਕਰਨਾ ਸਾਡਾ ਫਰਜ਼ ਹੈ, ਯਤਨ ਕਰਨਾ ਸਾਡਾ ਫਰਜ਼ ਹੈ।
ਪਰ ਫਲ ਸਾਡੇ ਹੱਥ 'ਚ ਨਹੀਂ ਹੈ। ਤਾਂ ਹੀ ਕਹਿੰਦੇ ਮਿਹਨਤ ਮੇਰੀ ਰਹਿਮਤ ਤੇਰੀ। ਹੈ ਪ੍ਰਭੂ, ਮੈਂ ਤੇ ਮਿਹਨਤ ਕਰ ਸਕਦਾ, ਕਿਰਪਾ ਤੇ ਤੂੰ ਕਰਨੀ ਹੈ। ਇਹ ਪਹਿਲੀ ਅਵਸਥਾ ਹੈ। ਅਖੀਰਲੀ ਅਵਸਥਾ ਹੈ ਕਿ ਮਿਹਨਤ ਵੀ ਤੂੰ ਕਰਾਈ ਤੇ ਕਿਰਪਾ ਵੀ ਤੂੰ ਕੀਤੀ। ਜੇ ਤੂੰ ਮਿਹਨਤ ਹੀ ਨਾ ਕਰਾਂਦਾ ਫਿਰ ਜਿੰਨਾ ਚਿਰ ਮੈਂ ਭਾਵ ਹੈ ਉਹਨੇ ਕਿ ਮਿਹਨਤ ਮੇਰੀ ਹੈ ਨਾ, ਮੈਂ ਚੱਲ ਰਿਹਾ, ਮਿਹਨਤ ਮੇਰੀ ਰਹਿਮਤ ਤੇਰੀ। ਅਜੇ ਮੇਰ ਤੇਰ ਹੈ। ਜਦੋਂ ਮੇਰ ਖਤਮ ਹੋਈ ਇਕੱਲੀ ਤੇਰ ਰਹਿ ਗਈ, ਉਹਦੇ ਪ੍ਰਾਪਤੀ ਹੋ ਜਾਣੀ, ਉਹਦੇ ਪ੍ਰਾਪਤੀ ਹੋਣੀ। ਬ੍ਰਹਮ ਗਿਆਨੀ ਕਹਿੰਦਾ ਮਿਹਨਤ ਵੀ ਤੂੰ ਕਰਾਈ ਤੇ ਕਾਮਯਾਬੀ ਵੀ ਤੂੰ ਬਖਸ਼ੀ। ਜੇ ਤੂੰ ਮਿਹਨਤ ਹੀ ਨਾ ਕਰਾਂਦਾ ਤਾਂ ਮੈਂ ਕੀ ਕਰ ਸਕਦਾ ਸੀ। ਉੱਥੇ ਜਾ ਕੇ ਸੋਝੀ ਆ ਜਾਂਦੀ ਨਾ, ਉਸ ਅਵਸਥਾ 'ਤੇ ਜਾ ਕੇ ਸੋਝੀ ਆ ਜਾਂਦੀ ਕਿ ਉਹ ਇਹ ਮਿਹਨਤ ਦਾ ਗੁਣ ਵੀ ਉਸੇ ਨੇ ਪੈਦਾ ਕੀਤਾ। ਹੁਣ ਮੈਂ ਬਚਪਨ ਤੋਂ ਵੈਸ਼ਨੂ ਸੀ, ਇਹਦਾ ਮਤਲਬ ਇਹ ਨਹੀਂ ਸੀ ਕਿ ਮੈਂ ਬੱਚਾ ਸਿਆਣਾ ਸੀ ਕੋਈ, ਵੀ ਬਾਕੀ ਕਮਲੇ ਸਨ ਜੀ, ਐਸਾ ਨਹੀਂ ਹੈ। ਬਸ ਉਹਦੀ ਮਰਜ਼ੀ ਸੀ ਮੈਂ ਵੈਸ਼ਨੂ ਰਹਾਂ, ਬਸ ਮੈਂ ਰਹਿ ਗਿਆ। ਮੈਨੂੰ ਮੇਰਾ ਸੁਭਾਅ ਹੀ ਉਹੋ ਜਿਹਾ ਬਣਾ ਤਾ, ਪਰਮਾਤਮਾ ਮੇਰਾ ਸੁਭਾਅ ਉਹੋ ਜਿਹਾ ਬਣਾ ਤਾ, ਵੈਸ਼ਨੂ ਰਹਿ ਗਿਆ। ਇਹ ਨਹੀਂ ਕਿ ਮੈਂ ਸਿਆਣਾ ਸੀ। ਛੋਟੇ ਬੱਚੇ ਨੂੰ ਕਿਆ ਪਤਾ ਕਿਹੜੀ ਚੀਜ਼ ਖਾਣੀ ਅਤੇ ਕਿਹੜੀ ਨਹੀਂ ਖਾਣੀ। ਆਮ ਤੌਰ 'ਤੇ ਜੋ ਘਰ 'ਚ ਬਣਦਾ ਬੱਚਾ ਖਾਣਾ ਸ਼ੁਰੂ ਕਰ ਦਿੰਦਾ। ਹੁਣ ਆ ਚਾਈਨਾ ਦੇ 'ਚ ਸਭ ਜਿੰਨੇ ਗੰਦ ਮੰਦ ਕੀੜੇ ਮਕੌੜੇ ਸਭ ਖਾ ਖੂ ਜਾਂਦੇ ਨੇ। ਉਹ ਆ ਟਿੱਡੀਆਂ ਜਿਹੜੀ ਘਰਾਂ 'ਚ ਹੁੰਦੀਆਂ, ਇਹਦੀ ਭੁਰਜੀ ਬਣਾ ਕੇ ਖਾਂਦੇ ਨੇ। ਇਹ ਤਾਂ ਆਪਣਾ ਉਹਦੀ ਭੁਰਜੀ ਬਣਾ ਕੇ ਖਾਂਦੇ। ਆਪਾਂ ਨੂੰ ਹੋਰ ਤਰ੍ਹਾਂ ਲੱਗਦਾ ਕਿ ਨਹੀਂ। ਬਸ ਮੇਰੇ ਦੋਸਤ ਦੀ ਸਿਸਟਰ ਸੀ, ਇੱਕ ਵਾਰੀ ਰੋਟੀ ਖਾ ਰਹੇ, ਮੈਂ ਕੋਲ ਬੈਠਾ, ਮੈਂ ਭੈਣੇ ਤੂੰ ਕਦੇ ਆਂਡਾ ਨਹੀਂ ਖਾਧਾ? ਬਸ ਉਹ ਜਿਹੜੀ ਬੁਰਕੀ ਮੂੰਹ 'ਚ ਸੀ ਉਹ ਡਿੱਗ ਪਈ, ਉਲਟੀਆਂ ਸ਼ੁਰੂ ਹੋ ਗਈਆਂ। ਕਹਿੰਦੇ ਵੇ ਵੀਰਾ ਤੂੰ ਇਸ ਵੇਲੇ ਯਾਦ ਕਰਾਇਆ। ਮੈਂ ਜੀ ਮੈਂ ਤਾਂ ਤਮਾਸ਼ਾ ਵੇਖਣਾ ਸੀ ਵੀ ਦੇਖੋ ਨਾਮ ਤੋਂ ਕਿੰਨੀ ਐਲਰਜੀ ਹੈ। ਸਿਰ ਨਾਮ ਹੀ ਲਿਆ ਮੈਂ ਆਂਡੇ ਦਾ ਅਤੇ ਉਲਟੀਆਂ ਆਉਣੀਆਂ ਸ਼ੁਰੂ ਕਰ, ਜਿਵੇਂ ਮੂੰਹ 'ਚ ਪੈ ਗਿਆ ਹੋਵੇ। ਸੋ ਜਿਵੇਂ ਪਰਮਾਤਮਾ ਨੇ ਕਿਸੇ ਦਾ ਸੁਭਾਅ ਬਣਾਉਣਾ ਹੁੰਦਾ, ਉਹ ਉਸ ਤਰ੍ਹਾਂ ਫਿਰ ਬਣਾਉਂਦਾ, ਉਸ ਤਰ੍ਹਾਂ ਹੁੰਦਾ। ਇਸ ਲਈ ਜੇ ਕੋਈ ਚੰਗੀ ਆਦਤ ਮਿਲ ਗਈ ਤਾਂ ਉਹ ਤਾਂ ਹਉਮੈ ਨਹੀਂ ਕਰਨੀ ਹੈਗੀ। ਵੀ ਦੂਜੇ ਤਾਂ ਕਮਲੇ ਨੇ ਜੇ ਪੀਵੀ ਜਾਂਦੇ ਨੇ, ਮੈਂ ਹੀ ਸਿਆਣਾ ਜੀ। ਠੀਕ ਹੈ, ਤੈਨੂੰ ਪਰਮਾਤਮਾ ਨੇ ਵੈਸ਼ਨੂੰ ਬਣਾਤਾ, ਕਿਉਂਕਿ ਪਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਬਣਾਉਂਦਾ। ਸਾਰਿਆਂ ਨੂੰ ਕਦੇ ਵੀ ਇੱਕੋ ਜਿਹਾ ਨਹੀਂ ਬਣਾਉਂਦਾ ਹੈ। ਹੁਣ ਤੁਸੀਂ ਸਾਰੇ ਚਾਹੁੰਦੇ ਸਾਡੇ ਲੜਕੇ ਹੁਣ ਕੁੜੀ ਹੋਵੇ ਹੀ ਨਾ, ਉਹਨੂੰ ਕੁੜੀ ਵੀ ਪੈਦਾ ਕਰੇ। ਉਹਨੂੰ ਪਤਾ ਸੰਸਾਰ ਕਿਵੇਂ ਚੱਲੇਗਾ। ਉਹਨੇ ਸਾਡੇ ਅਨੁਸਾਰ ਨਹੀਂ ਚੱਲਣਾ, ਉਹਨੇ ਆਪਣੇ ਅਨੁਸਾਰ ਚੱਲਣਾ ਹੈ। ਅਤੇ ਉਹਨੇ ਆਪਣੇ ਅਨੁਸਾਰ ਹੀ ਸਾਨੂੰ ਚਲਾਉਣਾ ਹੈ। ਤਾਂ ਕਹਿੰਦੇ ਗੁਰੂ ਮਹਾਰਾਜ ਮਨ ਕਰਲਾ ਮੇਰੇ ਪ੍ਰੀਤਮ ਹਰ ਹਿਰਦੈ ਭਾਲ ਭੁਲਾਏ। ਹੇ ਮੇਰੇ ਪਿਆਰੇ ਮਨ, ਹੇ ਪਰਦੇਸੀ ਮਨ, ਹੇ ਅਵਾਰਾ ਮਨ, ਹਰ ਹਿਰਦੈ ਭਾਲ ਭੁਲਾਏ। ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਲੱਭ ਲੈ। ਹਰੀ ਕਿਤੇ ਬਾਹਰ ਨਹੀਂ ਹੈ, ਤੇਰੇ ਅੰਦਰ ਹੀ ਹੈ, ਸਿਰਫ ਲੱਭਣਾ ਪੈਣਾ। ਹੁਣ ਲੱਭਣਾ ਪੈਣਾ, ਉਹ ਲੱਭਦਾ ਨਹੀਂ ਹੈਗਾ। ਉਹ ਕਹਿੰਦਾ ਤੁਸੀਂ ਮੇਰਾ ਨਾਮ ਜਪੀ ਜਾਓ, ਜਪੀ ਜਾਓ, ਤੁਹਾਡੇ ਮਨ ਦੀ ਮੈਲ ਲਹੀ ਜਾਏਗੀ, ਲਹੀ ਜਾਏਗੀ, ਲਹੀ ਜਾਏਗੀ। ਜਦੋਂ ਤੁਹਾਡਾ ਮਨ ਐਨ ਸ਼ੁੱਧ ਹੋ ਗਿਆ, ਮੈਂ ਆਪੇ ਹੀ ਪ੍ਰਗਟ ਹੋ ਜਾਵਾਂਗਾ। ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਕਹਿੰਦੇ ਮੇਰਾ ਮਨ ਜਦੋਂ ਗੰਗਾ ਦੇ ਪਾਣੀ ਵਾਂਗੂ ਸਾਫ਼ ਹੋ ਗਿਆ ਨਾ, ਪਰਮਾਤਮਾ ਮੇਰੇ ਮਗਰ ਵਾਜਾ ਮਾਰਦਾ, ਕਬੀਰ ਕਬੀਰ ਠਹਿਰ ਜਾ ਮੈਂ ਆ ਰਿਹਾ ਹਾਂ। ਅਸੀਂ ਤਾਂ ਆਪਣੇ ਮਨ ਨੂੰ ਸਾਫ਼ ਕਰਨਾ। ਉਹਦੇ ਦੋ ਹੀ ਢੰਗ ਨੇ। ਨੰਬਰ 1,
ਕੋਈ ਗਲਤ ਕੰਮ ਨਹੀਂ ਕਰਨਾ, ਨਹੀਂ ਤੇ ਫਿਰ ਮੈਲ ਲੱਗ ਜਾਏਗੀ। ਜਿਹੜੀ ਮੈਲ ਲੱਗੀ ਅੱਗੇ ਤੋਂ ਗਲਤ ਕੰਮ ਕਰਕੇ ਨਵੀਂ ਮੈਲ ਲੱਗਣ ਨਹੀਂ ਦੇਣੀ, ਅਤੇ ਜਿਹੜੀ ਪਹਿਲੀ ਲੱਗ ਗਈ ਉਹਨੂੰ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ ਉਹਨੂੰ ਸਾਫ਼ ਕਰ ਲੈਣਾ ਹੈ। ਜਿੱਦੇ ਮਨ ਸਾਫ਼ ਹੋ ਗਿਆ ਉਹਦੇ ਪਰਮਾਤਮਾ ਨੇ ਪ੍ਰਗਟ ਹੋ ਜਾਣਾ। ਉਹ ਕਹਿੰਦਾ ਮੈਂ ਗੰਦਗੀ 'ਚ ਨਹੀਂ ਪ੍ਰਗਟ ਹੋਣਾ, ਮੈਨੂੰ ਤਾਂ ਸਾਫ਼ ਸੁਥਰਾ ਥਾਂ ਚਾਹੀਦਾ। ਇਹ ਨਹੀਂ ਕਿ ਘਰ 'ਚ ਤੁਸੀਂ ਪੋਚੇ ਫੇਰੀ ਜਾਓ, ਹਾਂਜੀ ਵੀ ਆਓਗੇ, ਨਹੀਂ। ਉਹ ਕਹਿੰਦਾ ਮੈਂ ਤਾਂ ਤੁਹਾਡੇ ਅੰਦਰ ਬੈਠਾ, ਆਪਣੇ ਅੰਦਰ ਨੂੰ ਸਾਫ਼ ਕਰੋ ਤਾਂ ਮੈਂ ਪ੍ਰਗਟ ਹੋਵਾਂਗਾ। ਇਸ ਲਈ ਕਹਿੰਦੇ ਮਨ ਕਰਹਲਾ ਮੇਰੇ ਪ੍ਰੀਤਮਾ, ਹਰ ਹਿਰਦੈ ਭਾਲ ਭੁਲਾਏ। ਹੇ ਮੇਰੇ ਅਵਾਰਾ ਮਨ, ਹੇ ਮੇਰੇ ਪਿਆਰੇ ਮਨ, ਹਰੀ ਤੇਰੇ ਹਿਰਦੇ 'ਚ ਹੈ, ਉਹਨੂੰ ਲੱਭ ਲੈ। ਕਹਿੰਦੇ ਉਪਾਏ ਕਿਤੇ ਨਾ ਲੱਭੀ। ਬੰਦਾ ਬੜੇ ਜ਼ੋਰ ਲਾਉਂਦਾ, ਬੰਦੇ ਨੂੰ ਕਿਸੇ ਉਪਾਅ ਨਾਲ ਪਰਮਾਤਮਾ ਨਹੀਂ ਲੱਭਦਾ। ਫਿਰ ਕੀਤਾ ਕੀ ਜਾਏ? ਗੁਰ ਹਿਰਦੇ ਹਰ ਦਿਖਾਏ। ਹਾਂ, ਗੁਰੂ ਹੀ ਤੈਨੂੰ ਹਿਰਦੇ 'ਚ ਹਰੀ ਦਿਖਾ ਦੇਵੇਗਾ। ਗੁਰੂ ਸਾਧਨ ਹੈ, ਗੁਰੂ ਪਰਮਾਤਮਾ ਨਾਲ ਸਾਨੂੰ ਮਿਲਾਉਣ ਵਾਲਾ ਸਾਧਨ ਹੈ, ਵਿਚੋਲਾ ਹੈ। ਕਹਿ ਤੂੰ ਗੁਰੂ ਵਾਲਾ ਬਣ, ਉਹ ਵਿਚੋਲੇ ਦੇ ਆਖੇ ਲੱਗ, ਉਹ ਫਿਰ ਤੈਨੂੰ ਹਰੀ ਅੰਦਰ ਵਿਖਾ ਦੇਵੇਗਾ। ਮਨ ਕਰਹਲਾ ਮੇਰੇ ਪ੍ਰੀਤਮਾ, ਮਨ ਕਰਹਲਾ ਮੇਰੇ ਪ੍ਰੀਤਮਾ, ਹਰ ਹਿਰਦੈ ਭਾਲ ਭੁਲਾਏ, ਹਰ ਹਿਰਦੈ ਭਾਲ ਭੁਲਾਏ। ਉਪਾਏ ਕਿਤੇ ਨ ਲੱਭਈ, ਉਪਾਏ ਕਿਤੇ ਨ ਲੱਭਈ। ਗੁਰ ਹਿਰਦੈ ਹਰ ਦੇਖਾਏ, ਗੁਰ ਹਿਰਦੈ ਹਰ ਦੇਖਾਏ। ਭਾਵ ਨਿਰੇ ਆਪਣੇ ਯਤਨਾਂ ਨਾਲ ਪਰਮਾਤਮਾ ਨਹੀਂ ਲੱਭਦਾ, ਗੁਰੂ ਮਹਾਰਾਜ ਕਿਰਪਾ ਕਰਨਾ, ਫਿਰ ਹਰੀ ਦੇ ਦਰਸ਼ਨ ਹੁੰਦੇ ਨੇ। ਕਿਰਪਾ ਜ਼ਰੂਰੀ ਹੁੰਦਾ, ਯਤਨਾਂ ਦੇ ਨਾਲ ਕਿਰਪਾ ਬਖਸ਼ਿਸ਼ ਹੋਣਾ ਜ਼ਰੂਰੀ ਹੈ। ਮਨ ਕਰਹਲਾ ਮੇਰੇ ਪ੍ਰੀਤਮਾ, ਦਿਨ ਰੈਣ ਹਰ ਲਿਵ ਲਾਏ। ਹੇ ਮੇਰੇ ਅਵਾਰਾ ਮਨ, ਹੇ ਮੇਰੇ ਪਿਆਰੇ ਮਨ, ਦਿਨ ਰੈਣ ਦਿਨ ਰਾਤ ਹਰ ਲਿਵ ਲਾਏ, ਹਰੀ ਨਾਲ ਲਿਵ ਲਾ ਕੇ ਰੱਖ। ਭਾਵ ਧਿਆਨ ਨਾਲ ਪਰਮਾਤਮਾ ਦਾ ਨਾਮ ਜਪ। ਜਦੋਂ ਅਸੀਂ ਧਿਆਨ ਨਾਲ ਵਾਹਿਗੁਰੂ 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 ਕਰ, ਸਮਝ ਤੁਹਾਡੀ ਲਿਵ ਲੱਗ ਗਈ, ਦੂਜੇ ਪਾਸੇ ਧਿਆਨ ਨਹੀਂ ਗਿਆ। ਧਿਆਨ ਇੱਕੋ ਥਾਂ 'ਤੇ ਹੈ। ਤਾਂ ਹੀ ਕਹਿੰਦੇ ਇੱਕ ਸਮੇਂ ਇੱਕੋ ਹੀ ਕੰਮ ਕਰਨਾ ਚਾਹੀਦਾ। ਆਪਣੇ ਮਨ ਨੂੰ ਦੋ ਹਿੱਸਿਆਂ 'ਚ ਨਹੀਂ ਵੰਡਣਾ ਚਾਹੀਦਾ, ਇੱਕ ਸਮੇਂ ਇੱਕੋ ਹੀ ਕੰਮ ਕਰਨਾ ਚਾਹੀਦਾ। ਹਾਂ, ਤੁਸੀਂ ਸਰੀਰਕ ਕੰਮ ਜੇ ਕਰ ਰਹੇ ਹੋ, ਫਿਰ ਤੁਸੀਂ ਨਾਲ ਮਾਨਸਿਕ ਵੀ ਕਰ ਸਕਦੇ ਹੋ। ਤੁਸੀਂ ਸਰੀਰਕ ਕੰਮ ਕਰ ਰਹੇ ਹੋ, ਤੁਸੀਂ ਮੂੰਹ ਨਾਲ ਵਾਹਿਗੁਰੂ 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 ਕਰ ਸਕਦੇ ਹੋ, ਪਰ ਜੇ ਤੁਸੀਂ ਮਾਨਸਿਕ ਕੰਮ ਕਰ ਰਹੇ ਹੋ, ਫਿਰ ਨਾਲ ਸਰੀਰਕ ਕੰਮ ਨਹੀਂ ਤੁਸੀਂ ਕਰ ਸਕਦੇ, ਫਿਰ ਇੱਕੋ ਹੀ ਹੋਏਗਾ। ਤਾਂ ਇੱਕੋ ਥਾਂ 'ਤੇ ਜੇ ਮਨ ਟਿਕੇਗਾ ਤਾਂ ਜਾ ਕੇ ਗੱਲ ਬਣੇਗੀ। ਇਸ ਲਈ ਕਹਿੰਦੇ ਨੇ ਮਨ ਕਰਹਲਾ ਮੇਰੇ ਪ੍ਰੀਤਮਾ, ਹੇ ਮੇਰੇ ਪਿਆਰੇ ਮਨ, ਹੇ ਮੇਰੇ ਅਵਾਰਾ ਮਨ, ਦਿਨ ਰੈਣ ਹਰ ਲਿਵ ਲਾਏ। ਦਿਨ ਰਾਤ ਹਰੀ ਨਾਲ ਲਿਵ ਲਾ ਕੇ ਰੱਖ। ਫਿਰ ਤੈਨੂੰ ਕੀ ਮਿਲੇਗਾ? ਕਰ ਜਾਏ ਪਾਵੇਂ ਰੰਗ ਮਹਿਲੀ, ਗੁਰ ਮੇਲੇ ਹਰ ਮਿਲਾ। ਕਹਿੰਦੇ ਗੁਰੂ ਫਿਰ ਤੈਨੂੰ ਹਰੀ ਨਾਲ ਮਿਲਾ ਦੇਵੇਗਾ, ਫਿਰ ਤੈਨੂੰ ਹਰੀ ਦਾ ਘਰ ਪ੍ਰਾਪਤ ਹੋ ਜਾਏਗਾ, ਸੱਚਖੰਡ ਪ੍ਰਾਪਤ ਹੋ ਜਾਏਗਾ, ਪਰਮਾਤਮਾ ਦਾ ਮਹਿਲ ਪ੍ਰਾਪਤ ਹੋ ਜਾਏਗਾ। ਸੋ ਇਸ ਲਈ ਕਰਨਾ ਕੀ ਹੈ?
ਕਹਿੰਦੇ ਲਿਵ ਲਾ ਕੇ ਪਰਮਾਤਮਾ ਨਾਮ ਜਪ, ਭਾਵ ਧਿਆਨ ਨਾਲ ਪਰਮਾਤਮਾ ਦਾ ਦਿਨ ਰਾਤ ਨਾਮ ਜਪ। ਘੰਟਾ 2 ਘੰਟੇ ਨਹੀਂ ਕਿਹਾ, ਦਿਨ ਰਹਿਣ ਹਰ ਲਿਵ ਲਾਏ, ਦਿਨ ਰਾਤ ਹਰੀ ਦਾ ਧਿਆਨ ਨਾਲ ਨਾਮ ਜਪ। ਫਿਰ ਕਹਿੰਦੇ ਗੁਰੂ ਤੈਨੂੰ ਪਰਮਾਤਮਾ ਨਾਲ ਮਿਲਾ ਦੇਵੇਗਾ, ਫਿਰ ਪਰਮਾਤਮਾ ਦੇ ਘਰ 'ਚ ਤੂੰ ਪਹੁੰਚੇਗਾ। ਮਨ ਕਰਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ। ਹੇ ਮੇਰੇ ਅਵਾਰਾ ਮਨ, ਹੇ ਮੇਰੇ ਮਿੱਤਰ ਮਨ, ਪਖੰਡ ਲੋਭ ਤਜਾਏ। 2 ਚੀਜ਼ਾਂ ਛੱਡ ਦੇ, ਪਖੰਡ ਛੱਡ ਦੇ, ਵਿਖਾਵਾ ਛੱਡ ਦੇ। ਪਖੰਡ ਕੀ ਹੁੰਦਾ? ਅੰਦਰੋਂ ਹੋਰ ਬਾਹਰੋਂ ਹੋਰ, ਉਹਨੂੰ ਪਖੰਡੀ ਕਹਿੰਦੇ ਨੇ, ਉਹਨੂੰ ਪਖੰਡੀ ਕਹਿੰਦੇ। ਜਿਵੇਂ ਬਗਲੇ ਨੂੰ ਕਿਹਾ ਗਿਆ ਬਾਹਰੋਂ ਚਿੱਟਾ ਹੈ ਵੀ ਬੜਾ ਵਧੀਆ ਜੀ। ਜਿਵੇਂ ਕਈ ਲੋਕ ਬਾਹਰੋਂ ਤਾਂ ਸਾਫ਼ ਕਮੀਜ਼ ਪਾਇਆ ਹੁੰਦਾ, ਬਨੈਣ ਮੈਲੀ ਹੁੰਦੀ ਹੈ, ਬਨੈਣ ਮੈਲੀ ਹੁੰਦੀ। ਬੂਟਾਂ ਨੂੰ ਪਾਲਿਸ਼ ਕੀਤੀ, ਜਰਾਬਾਂ ਮੈਲੀਆਂ ਹੁੰਦੀਆਂ ਨੇ। ਬਾਹਰੋਂ ਵਧੀਆ, ਅੰਦਰੋਂ ਮੈਲਾ। ਅੰਦਰੋਂ ਹੋਰ ਹੋਵੇ, ਬਾਹਰੋਂ ਹੋਰ ਹੋਵੇ, ਉਹਨੂੰ ਕਹਿੰਦੇ ਪਖੰਡੀ। ਕਹਿੰਦੇ ਪਖੰਡ ਛੱਡ, ਲੋਭ ਛੱਡ, ਤਜਾਇਜ਼ ਛੱਡ ਦੇਣਾ, ਤਾਈ ਦੇਣਾ ਛੱਡ ਦੇਣਾ। ਤੂੰ ਪਖੰਡ ਛੱਡ ਦੇ, ਲੋਭ ਲਾਲਚ ਛੱਡ ਦੇ। ਜੇ ਨਾ ਛੱਡਿਆ, ਪਾਖੰਡ ਲੋਭੀ ਮਾਰੀਏ, ਜਮ ਡੰਡ ਦੇ ਸਜ਼ਾਏ। ਜੇ ਜਿਹਦੇ ਪੈਰ 'ਚ ਬਿੰਦੀ ਲੱਗ ਪਣਾ, ਸਜ਼ਾਏ ਹੁੰਦਾ ਸਜ਼ਾ। ਫਿਰ ਜਮ ਜਿਹੜੇ ਨਾ ਉਹ ਤੇਰੇ ਨੂੰ ਡੰਡੇ ਮਾਰਨਗੇ, ਤੈਨੂੰ ਸਜ਼ਾ ਦੇਣਗੇ। ਜੇ ਤੂੰ ਪਖੰਡੀ ਰਿਹਾ, ਤੂੰ ਲੋਭੀ ਰਿਹਾ ਨਾ, ਜਮਾਂ ਨੇ ਤੈਨੂੰ ਸਜ਼ਾ ਦੇਣੀ ਹੈ, ਤੇਰੇ ਸਿਰ 'ਤੇ ਡੰਡੇ ਮਾਰਨੇ ਨੇ। ਇਸ ਲਈ ਪਖੰਡ ਛੱਡ ਦੇ, ਲੋਭ ਛੱਡ ਦੇ। ਮਨ ਕਰਹਲਾ ਤੂੰ ਮੀਤ ਮੇਰਾ, ਮਨ ਕਰਹਲਾ ਤੂੰ ਮੀਤ ਮੇਰਾ। ਪਾਖੰਡ ਲੋਭ ਤਜਾਏ, ਪਾਖੰਡ ਲੋਭ ਤਜਾਏ। ਪਾਖੰਡ ਲੋਭੀ ਮਾਰੀਏ, ਪਾਖੰਡ ਲੋਭੀ ਮਾਰੀਏ। ਜਮ ਡੰਡ ਦੇ ਸਜ਼ਾਏ, ਜਮ ਡੰਡ ਦੇ ਸਜ਼ਾਏ। ਮਨ ਕਰਹਲਾ ਮੇਰੇ ਪ੍ਰਾਣ ਤੂੰ, ਮੈਲ ਪਖੰਡ ਭਰਮ ਗਵਾਏ। ਹੇ ਮੇਰੇ ਅਵਾਰਾ ਮਨ, ਹੇ ਮੇਰੀ ਜਿੰਦ ਜਾਨ। ਕੀ ਕਰ ਤੂੰ? ਮੈਲ ਪਖੰਡ ਭਰਮ ਗਵਾਏ। ਪਖੰਡ ਅਤੇ ਭਰਮ ਦੇ ਕਾਰਨ ਜਿਹੜੀ ਤੇਰੇ ਅੰਦਰ ਮੈਲ ਪੈਦਾ ਹੋ ਗਈ ਨਾ, ਉਹਨੂੰ ਖਤਮ ਕਰ ਲੈ। ਹੁਣ ਖਤਮ ਕਿਵੇਂ ਹੋਵੇ? ਹਰ ਅੰਮ੍ਰਿਤ ਸਰ ਗੁਰ ਪੂਰਿਆ। ਗੁਰੂ ਪੂਰਿਆ ਹੁੰਦਾ ਭਰ ਦੇਣਾ। ਗੁਰੂ ਨੇ ਅੰਮ੍ਰਿਤ ਸਰੋਵਰ, ਇਸ ਸਰੋਵਰ ਨੂੰ ਅੰਮ੍ਰਿਤ ਨਾਲ ਭਰ ਦਿੱਤਾ ਹੈ। ਮਿਲ ਸੰਗਤੀ ਮਨ ਲੈ ਜਾਏ। ਹੁਣ ਤੂੰ ਗੁਰੂ ਦੀ ਸੰਗਤ ਕਰ, ਉਸ ਨਾਮ ਦੇ ਸਰੋਵਰ 'ਚ ਇਸ਼ਨਾਨ ਕਰ, ਤੇਰੀ ਸਾਰੀ ਮੈਲ ਲੈ ਜਾਏਗੀ। ਨਾਮ ਦੇ ਸਰੋਵਰ 'ਚ ਕੀ ਹੈ? ਭਾਵ ਨਾਮ ਜਪ। ਸੰਗਤ 'ਚ ਆ, ਉੱਥੇ ਤੂੰ ਨਾਮ ਜਪ, ਫਿਰ ਤੇਰੀ ਮੈਲ ਲੈ ਜਾਏਗੀ। ਮੈਲ ਲਹੇਗੀ ਤਾਂ ਹੀ ਜਾ ਕੇ ਪ੍ਰਾਪਤੀ ਹੋਵੇਗੀ। ਮਨ ਕਰਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ। ਇਹ ਮੋਹ ਮਾਇਆ ਪਸਰਿਆ, ਅੰਤ ਸਾਥ ਨਾ ਕੋਈ ਜਾਏ। ਹੇ ਮੇਰੇ ਅਵਾਰਾ ਮਨ, ਹੇ ਮੇਰੇ ਪਿਆਰੇ ਮਨ, ਇੱਕ ਗੁਰ ਕੀ ਸਿੱਖ ਸੁਣਾਏ। ਇੱਕ ਗੁਰ ਤੋਂ ਭਾਵੇਂ ਇੱਕ ਗੁਰੂ ਨਹੀਂ, ਗੁਰੂ ਦੀ ਇੱਕ ਸਿੱਖਿਆ। ਜੇ ਇੱਕ ਗੁਰੂ ਹੁੰਦਾ ਨਾ, ਕੱਕੇ ਨੂੰ ਫਿਰ ਔਂਕੜ ਹੋਣਾ ਸੀ ਵੀ ਇੱਕੋ ਹੀ ਗੁਰੂ।
ਇੱਕ ਕੱਕੇ ਨੂੰ ਔਂਕੜ ਨਹੀਂ ਹੈ, ਇਹਦਾ ਮਤਲਬ ਇੱਕ ਇਸਤਰੀ ਲਿੰਗ ਹੈ। ਇਸ ਲਈ ਕੀ ਆਇਆ ਅੱਗੇ, ਗੁਰੂ ਦੀ ਇੱਕ ਸਿੱਖਿਆ ਸੁਣ ਲੈ। ਗੁਰੂ ਦੀ ਇੱਕ ਸਿੱਖਿਆ ਸੁਣ, ਫਿਰ ਕੀ ਹੋਏਗਾ, ਇਹ ਮੋਹ ਮਾਇਆ ਪਸਰਿਆ। ਗੁਰੂ ਕੀ ਸਿੱਖਿਆ ਦਿੰਦੇ ਭਾਈ, ਇਹ ਮੋਹ ਦਾ ਜਿਹੜਾ ਮਾਇਆ ਦਾ ਪਸਾਰਾ ਨਾ, ਅੰਤ ਸਾਥ ਨਾ ਕੋਈ ਜਾਏ। ਜਿਨ੍ਹਾਂ ਤੂੰ ਮੋਹ ਕਰ ਰਿਹਾ ਨਾ, ਜਿਸ ਮਾਇਆ ਨੂੰ ਤੂੰ ਮੋਹ ਕਰ ਰਿਹਾ, ਜਿਨ੍ਹਾਂ ਜੀਵਾਂ ਨੂੰ ਤੂੰ ਮੋਹ ਕਰ ਰਿਹਾ ਹੈ, ਅੰਤ ਨੂੰ ਇੱਕ ਨੇ ਵੀ ਤੇਰੇ ਨਾਲ ਨਹੀਂ ਜਾਣਾ। ਇਹਨਾਂ ਨਾਲ ਨਹੀਂ ਜਾਣਾ ਕਹਿੰਦੇ। ਮਨ ਕਰਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ। ਹਰ ਦਰਗਾਹ ਪੈ ਨ ਆਇਆ, ਹਰ ਆਪ ਲਿਆ ਗਲ ਆਏ। ਮਨ ਕਰਹਲਾ ਮੇਰੇ ਸਾਜਨਾ, ਹੇ ਮੇਰੇ ਸੱਜਣਾ, ਹੇ ਮੇਰੇ ਅਵਾਰਾ ਮਨ, ਹਰ ਖਰਚ ਲਿਆ ਪਤ ਪਾਏ। ਤੂੰ ਪਰਮਾਤਮਾ ਦੇ ਨਾਮ ਦਾ ਖਰਚ ਇਕੱਠਾ ਕਰ, ਫਿਰ ਕੀ ਹੋਏਗਾ, ਪਤ ਪਾਏ, ਤੈਨੂੰ ਇੱਜ਼ਤ ਮਿਲੇਗੀ। ਆਪਾਂ ਪੰਚਮ ਪਾਤਸ਼ਾਹ ਦੇ ਕਹਿਣ ਅਨੁਸਾਰ ਜਿਹੜਾ ਧਰਮ ਰਾਜ ਹੈ ਉਹ ਮਾਤ ਲਹੂ ਤੋਂ ਇਤਨੀ ਦੂਰ ਹੈ ਕਿ ਗਣੇ ਜਾਹੇ ਨਾ ਕੁਛ। ਉਹ ਕਿਲੋਮੀਟਰ ਗਿਣੇ ਹੀ ਨਹੀਂ ਜਾ ਸਕਦੇ ਵੀ ਕਿੰਨੇ ਮੀਲ ਇੱਥੋਂ ਧਰਮਰਾਜ ਦੂਰ ਹੈ। ਹੁਣ ਰਾਜ ਖਰਚਾ ਚਾਹੀਦਾ ਹੈ, ਇੰਨਾ ਲੰਮਾ ਸਫ਼ਰ ਕਰਨਾ ਤਾਂ ਫਿਰ ਖਰਚਾ ਚਾਹੀਦਾ ਹੈ। ਕਹਿੰਦੇ ਉਹ ਖਰਚਾ ਕੀ ਹੈ, ਉਹ ਨਾਮ ਧਨ ਹੈ। ਤੇਰੇ ਕੋਲ ਨਾਮ ਧਨ ਹੋਣਾ ਚਾਹੀਦਾ। ਮਨ ਕਰਹਲਾ ਮੇਰੇ ਸਾਜਨ, ਹਰ ਖਰਚ ਲਿਆ ਪਤ ਪਾਏ। ਤੂੰ ਪਰਮਾਤਮਾ ਦੇ ਨਾਮ ਦਾ ਖਰਚਾ ਇਕੱਠਾ ਕਰ, ਪਤ ਪਾਏ, ਫਿਰ ਤੈਨੂੰ ਉੱਥੇ ਇੱਜ਼ਤ ਮਿਲੇਗੀ। ਫਿਰ ਪਰਮਾਤਮਾ ਦੇ ਦਰ 'ਤੇ ਜਾ ਕੇ ਤੈਨੂੰ ਇੱਜ਼ਤ ਮਿਲੇਗੀ। ਹਰ ਦਰਗਾਹ ਪਹਿਨਾਇਆ, ਫਿਰ ਇਹ ਜੋ ਪਰਮਾਤਮਾ ਦੀ ਦਰਗਾਹ ਸਾਧਕ ਨਾ ਸਤਿਕਾਰ ਦਿੱਤਾ ਜਾਂਦਾ ਹੈ, ਸਰੋਪੇ ਪਾਏ ਜਾਂਦੇ ਹਨ। ਹਰ ਆਪ ਲਿਆ ਗੱਲ ਹੈ, ਅਤੇ ਪਰਮਾਤਮਾ ਆਪ ਉਹਨੂੰ ਗਲ ਨਾਲ ਲਾ ਲੈਂਦਾ। ਕਿਸੇ ਨੂੰ ਗਲ ਨਾਲ ਲਾ ਕੇ ਮਿਲਣਾ ਇਹ ਬੜੇ ਵੱਡੇ ਪਿਆਰ ਦੀ ਨਿਸ਼ਾਨੀ ਹੁੰਦੀ ਹੈ। ਕਿਸੇ ਨੂੰ ਨਹੀਂ ਮਿਲੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਹੱਥ ਮਿਲਾਤਾ ਹੈ ਉਦੋਂ ਵੱਡਾ ਹੈ। ਗਲ ਲਾ ਕੇ ਮਿਲੇ ਹਾਂ, ਇਹ ਤਾਂ ਬਹੁਤ ਪਿਆਰ ਦੀ ਨਿਸ਼ਾਨੀ ਹੁੰਦੀ ਹੈ। ਕਹਿੰਦਾ ਪਰਮਾਤਮਾ ਆ ਫਿਰ ਤੈਨੂੰ ਗਲ ਨਾਲ ਲਾ ਲਏਗਾ। ਕਰਨਾ ਕੀ ਹੈ, ਤੂੰ ਪਰਮਾਤਮਾ ਦੇ ਨਾਮ ਦਾ ਖਰਚਾ ਇਕੱਠਾ ਕਰ, ਫਿਰ ਤੈਨੂੰ ਇੱਜ਼ਤ ਮਿਲੇਗੀ। ਪਰਮਾਤਮਾ ਦੀ ਦਰਗਾਹ ਤੈਨੂੰ ਆਦਰ ਮਾਣ ਸਤਿਕਾਰ ਮਿਲੇਗਾ। ਤੈਨੂੰ ਸਰੋਪੇ ਦਿੱਤੇ ਪਹਿਨਾਇਆ ਜਾਏਗਾ, ਸਰੋਪੇ ਦਿੱਤੇ ਜਾਣਗੇ, ਅਤੇ ਪਰਮਾਤਮਾ ਆਪ ਤੈਨੂੰ ਗਲ ਨਾਲ ਲਾ ਲਏਗਾ। ਮਨ ਕਰਹਲਾ ਮੇਰੇ ਸਾਜਨਾ, ਮਨ ਕਰਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ। 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 ਹਰ ਦਰਗਾਹ ਪਹਿਨਾਇਆ। ਹਰ ਦਰਗਾਹ ਪਹਿਨਾਇਆ। ਹਰ ਆਪ ਲਿਆ ਗਲ ਲਾਏ। 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 ਬਸ ਸਾਡੇ ਕੋਲ ਨਾਮ ਧਨ ਹੋਣਾ ਚਾਹੀਦਾ। ਸੰਸਾਰਕ ਧਨ, ਸੰਸਾਰਕ ਚੀਜ਼ਾਂ, ਸੰਸਾਰਕ ਰਿਸ਼ਤੇ ਸਭ ਸੰਸਾਰ ਤੱਕ ਨੇ। ਅੱਗੇ ਫਿਰ ਜਿਹੜਾ ਹੈ ਨਾਮ ਧਨ ਕੰਮ ਹੁੰਦਾ। ਇਹ 'ਚ ਲੋਕ 'ਚ ਵੀ ਆਉਂਦਾ ਹੈ। ਜਿਹਦੇ ਕੋਲ ਨਾਮ ਧਨ ਹੁੰਦਾ ਉਹਦੇ ਕੋਲ ਸੰਸਾਰੀ ਧਨ ਆਪਣੇ ਆਪ ਆ ਜਾਂਦਾ ਹੈ। ਇੱਕ ਤਾਂ ਇੱਥੇ ਮੌਜ ਅਤੇ ਨਾਲ ਫਿਰ ਨਾਮ ਧਨ ਜਾਵੇਗਾ ਜੀ। ਫਿਰ ਪਰਮਾਤਮਾ ਆਦਰ ਮਾਣ ਦਿੰਦਾ ਹੈ, ਆਪਣੇ ਗਲ ਨਾਲ ਲਾਉਂਦਾ ਵੀ ਹਾਂ ਤੇਰੇ ਕੋਲ ਨਾਮ ਧਨ ਹੈ, ਤੂੰ ਨਾਮ ਜਪ ਕੇ ਆ।
ਜਿਵੇਂ ਟੀਮ ਜਿੱਤ ਕੇ ਆਵੇ, ਦੇਖੋ ਕਿੰਨੇ ਕਿੰਨੇ ਕਰੋੜ ਰੁਪਈਆ ਸਰਕਾਰ ਨੇ ਦਿੱਤਾ ਉਹਨਾਂ ਨੂੰ ਨਾਮ, ਜਿਹੜੇ ਜਿਹੜੇ ਜਿੱਤ ਕੇ ਓਲੰਪਿਕ 'ਚ। ਸੋ ਕਿ ਜਿੱਤ ਕੇ ਆਏ ਨੇ ਨਾ, ਹਾਰੇ ਨੂੰ ਕੋਈ ਨਹੀਂ ਆਦਰ ਮਾਣ ਦਿੰਦਾ, ਜਿੱਤ ਵਾਲੇ ਨੂੰ ਦਿੰਦੇ। ਇਸ ਲਈ ਜਿਹਦੇ ਕੋਲ ਨਾਮ ਧਨ ਹੁੰਦਾ, ਇੱਥੇ ਵੀ ਆਦਰ ਮਾਣ ਅਤੇ ਪਰਮਾਤਮਾ ਦੇ ਦਰ 'ਤੇ ਵੀ ਆਦਰ ਮਾਣ। ਜਿਹੜਾ ਸੰਸਾਰਕ ਧਨ ਹੁੰਦਾ ਉਹ ਸਿਰਫ ਇੱਥੇ ਆਦਰ ਮਾਣ ਦੇ ਦਿੰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਅਮੀਰ ਬੰਦੇ ਦੇ ਲੋਕ ਆਦਰ ਮਾਣ ਕਰਦੇ ਨੇ, ਅਮੀਰ ਬੰਦੇ ਦਾ ਲੋਕ ਆਦਰ ਮਾਣ ਕਰਦੇ ਨੇ। ਗਰੀਬ ਦਾ ਵਿਚਾਰਾ ਕੌਣ ਆਦਰ ਮਾਣ ਕਰਦਾ? ਗੁਰਬਾਣੀ ਕਹਿੰਦੀ ਹੈ, ਅਮੀਰ ਜਦੋਂ ਗਰੀਬ ਨੂੰ ਮਿਲਣ ਜਾਂਦਾ, ਗਰੀਬ ਵਿਚਾਰਾ ਖੜ੍ਹਾ ਹੋ ਕੇ ਮਿਲਦਾ, ਬੜਾ ਆਦਰ ਮਾਣ ਕਰਦਾ ਹੈ। ਜੇ ਗਰੀਬ ਅਮੀਰ ਨੂੰ ਮਿਲਣ ਜਾਏ, ਕਹਿੰਦਾ ਅਮੀਰ ਦੂਜੇ ਪਾਸੇ ਨੂੰ ਮੂੰਹ ਕਰ ਲੈਂਦਾ, ਉਹਦੇ ਨਾਲ ਪਿੱਠ ਕਰ ਲੈਂਦਾ, ਵੀ ਕਿੱਥੇ ਆ ਗਿਆ ਇਹ, ਹੁਣ ਕੋਈ ਸਵਾਲ ਪਾਏਗਾ, ਇਹ ਕੋਈ ਸਵਾਲ ਪਾਏਗਾ। ਸੋ ਇਸ ਲਈ ਨਾਮ ਧਨ ਦੀ ਬੜੀ ਕੀਮਤ ਹੈ। ਨਾਮ ਜਪਿਆ ਕਰੋ, ਜਿੰਨਾ ਵੀ ਜਪਿਆ ਜਾ ਸਕੇ, ਬਾਣੀ ਪੜ੍ਹੋ, ਨਾਮ ਜਪੋ। ਅੱਗੇ ਕਹਿੰਦੇ ਨੇ, ਮਨ ਕਰਹਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਏ, ਗੁਰ ਆਗੇ ਕਰ ਜੋਦੜੀ, ਜਨ ਨਾਨਕ ਹਰ ਮਿਲਾਏ। ਮਨ ਕਰਹਲਾ ਗੁਰ ਮੰਨਿਆ, ਹੇ ਅਵਾਰਾ ਮਨ, ਤੂੰ ਗੁਰੂ ਦੀ ਗੱਲ ਮੰਨ। ਗੁਰਮੁਖ ਕਾਰ ਕਮਾਏ, ਤੂੰ ਗੁਰਮੁਖ ਬਣ ਅਤੇ ਗੁਰਮੁਖਾਂ ਵਾਲੇ ਕੰਮ ਕਰ। ਫਿਰ ਕੀ ਹੋਏਗਾ? ਗੁਰ ਆਗੇ ਕਰ ਜੋਦੜੀ, ਗੁਰੂ ਅੱਗੇ ਬੇਨਤੀ ਕਰ, ਜਨ ਨਾਨਕ ਹਰ ਮਿਲਾਏ, ਕਿ ਹੇ ਪਰਮਾਤਮਾ ਮੈਨੂੰ ਆਪਣੇ ਨਾਲ ਮਿਲਾ ਲਓ। ਕਹਿੰਦੇ ਗੁਰੂ ਅੱਗੇ ਬੇਨਤੀ ਕਰ, ਫਿਰ ਗੁਰੂ ਮਹਾਰਾਜ ਕਿਰਪਾ ਕਰਨਗੇ, ਤੈਨੂੰ ਪਰਮਾਤਮਾ ਨਾਲ ਮਿਲਾ ਦੇਣਗੇ, ਕਿਉਂਕਿ ਤੂੰ ਗੁਰਮੁਖਾਂ ਵਾਲੀ ਕਾਰ ਕੀਤੀ ਹੈ। ਤੂੰ ਉਹ ਕੰਮ ਕੀਤਾ ਹੈ ਜਿਹੜੇ ਗੁਰਮੁਖ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਚਾਹੁੰਦੇ ਨੇ ਵੀ ਇਹੋ ਜਿਹੇ ਕੰਮ ਕਰੀਏ, ਉਹਨੂੰ ਗੁਰਮੁਖ ਕਹਿੰਦੇ ਨੇ। ਮਨਮੁਖ ਹੁੰਦਾ ਆਪਣੀ ਮਰਜ਼ੀ ਕਰਨ ਵਾਲਾ, ਗੁਰਮੁਖ ਹੁੰਦਾ ਗੁਰੂ ਦੇ ਆਖੇ ਲੱਗਣ ਵਾਲਾ। ਸੋ ਇਸ ਲਈ ਕੋਸ਼ਿਸ਼ ਕਰਨੀ ਗੁਰਮੁਖ ਬਣਨ ਦੀ, ਕਿਉਂਕਿ ਉਹਨਾਂ ਚਿਰ ਫਿਰ ਸਾਡਾ ਪਾਰ ਉਤਾਰਾ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਗੁਰਮੁਖ ਨਹੀਂ ਬਣਦੇ। ਗੁਰਮੁਖ ਬਣਾਂਗੇ, ਗੁਰੂ ਦੇ ਆਖੇ ਲੱਗ ਕੇ ਸ਼ੁਭ ਕਰਮ ਕਰਾਂਗੇ ਅਤੇ ਨਾਲ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਬਸ। ਜੇ ਗੁਰੂ ਦੇ ਆਖੇ ਨਹੀਂ ਲੱਗਾ, ਫਿਰ ਚੋਰੀਆਂ ਕਰਾਂਗੇ, ਡਾਕੇ ਮਾਰਾਂਗੇ, ਠੱਗੀਆਂ ਕਰਾਂਗੇ, ਮਿਲਾਵਟਾਂ ਕਰਾਂਗੇ, ਧੋਖਾਧੜੀ ਕਰਾਂਗੇ, ਰਿਸ਼ਵਤਾਂ ਲਵਾਂਗੇ, ਕਿਹਦਾ ਮਕਾਨ ਦੱਬ ਲਿਆ, ਕਿਹਦਾ ਪਲਾਟ ਦੱਬ ਲਿਆ, ਪੈਸੇ ਲੈ ਕੇ ਮੁੱਕਰ ਗਏ। ਅੱਜ ਹੀ ਮੈਨੂੰ ਇੱਕ ਬੰਦਾ ਕਹਿ ਰਿਹਾ ਸੀ, ਮੈਂ 15 ਲੱਖ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਵੀ ਕੁਝ ਸਮੇਂ ਲਈ ਰੱਖ ਲਓ, ਵੀ ਮੈਂ ਆਉਣਾ ਕੁਝ ਮਹੀਨਿਆਂ ਬਾਅਦ। ਹੁਣ ਕਹਿੰਦੇ ਮੋੜਨ ਦਾ ਨਾਂ ਹੀ ਨਹੀਂ ਲੈਂਦੇ, ਅੱਜ ਦਿਨੇ ਕੱਲ੍ਹ ਦਿਨੇ, ਅੱਜ ਦਿਨੇ ਕਦੇ, ਕਿੰਨੇ ਮਹੀਨੇ ਲੰਘਾਤੇ। ਮੈਂ ਕੋਈ ਲਿਖਤ ਪੜ੍ਹਤ ਹੁੰਦੀ ਹੀ ਨਹੀਂ, ਆਲਾ ਮੁੱਕਰ ਜਾਂਦਾ ਮਗਰੋਂ। ਸੋ ਇਸ ਲਈ ਮੈਂ ਦੇਖਿਆ ਕਿਸੇ ਲਈ ਔਖੇ ਹੋਣ ਦੀ ਲੋੜ ਨਹੀਂ ਜ਼ਿੰਦਗੀ 'ਚ। ਕਿਸੇ ਨੇ ਨਹੀਂ ਕੰਮ ਕਮਾਉਣਾ, ਸਹਿ ਸਭ ਆਪਣੀ ਜ਼ਿੰਦਗੀ ਜਿੰਨਾ ਕੁ ਆਰਾਮ ਨਾਲ ਤੁਸੀਂ ਕਿਸੇ ਦੀ ਸਹਾਇਤਾ ਕਰ ਸਕਦੇ ਕਰੋ, ਬਾਕੀ ਕਿਸੇ ਲਈ ਔਖੇ ਹੋਣ ਦੀ ਲੋੜ ਨਹੀਂ। ਇਹ ਕੱਲ੍ਹ ਬੀਬੀ ਆਈ ਕਹਿੰਦੀ, ਮੈਂ ਕਰਜ਼ਾ ਚੱਕ ਕੇ ਆਪਣੇ ਰਿਸ਼ਤੇਦਾਰਾਂ ਦੀ ਸਹਾਇਤਾ ਕੀਤੀ, ਹੁਣ ਮੋੜਦੇ ਨਹੀਂ। ਉਹ ਵਿਆਜ ਲੱਗੀ ਜਾਂਦਾ ਮੈਨੂੰ, ਉਹ ਮੋੜਦੇ, ਅੱਜ ਮੋੜਦੇ ਆ, ਕੱਲ੍ਹ ਮੋੜਦੇ। ਮੈਂ ਬੀਬਾ ਇਸ ਤਰੀਕੇ ਕਰਦੇ ਨਾ ਨਹੀਂ ਕਰਿਆ ਕਰਦੇ, ਲਾਰੇ ਲਾਉਂਦੇ ਰਹਿੰਦੇ, ਅਖੀਰ 'ਤੇ ਕਹਿੰਦੇ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ, ਬਸ 3-4 ਸਾਲ ਤੁਹਾਡੇ ਐਂ ਲਗਾ ਦੇ ਲਾਰਿਆਂ 'ਚ, ਮਗਰੋਂ ਤੁਹਾਨੂੰ ਜਵਾਬ ਦੇ ਦੇਣਾ, ਕੋਈ ਨਹੀਂ ਮੋੜਦਾ। ਜੇ ਮੋੜਨੇ ਹੁਣ ਤਾਂ ਥੋੜ੍ਹੇ ਕਰਕੇ ਮੋੜੀ ਨਾ ਜਾਵੇ ਅਗਲਾ। ਚਲੋ ਇੱਕਦਮ ਨਹੀਂ ਮੋੜ ਸਕਦੇ ਤਾਂ ਕੁਝ ਜਿਵੇਂ ਕਿਸ਼ਤਾਂ 'ਚ ਆਪਾਂ ਚੀਜ਼ ਮੋੜਦੇ, ਕਿਸ਼ਤਾਂ ਲੱਗ ਜਾਏ ਮੋੜਨ ਦਾ, ਕੋਈ ਹੌਸਲਾ ਹੋਵੇ। ਹਾਂਜੀ, ਜਿਵੇਂ ਕਈ ਕਿਰਾਏਦਾਰ ਨੇ, ਤੁਸੀਂ ਮਕਾਨ ਕਿਰਾਏ 'ਤੇ ਦਿੱਤਾ, ਕੁਝ ਸਾਲ ਬਾਅਦ ਤੁਸੀਂ ਕਿਹਾ ਮੇਰਾ ਭਾਈ ਮਕਾਨ ਖਾਲੀ ਕਰੋ, ਉਹ ਕਿਰਾਏਦਾਰ ਨੂੰ ਵੀ ਹਟ ਜਾਂਦੇ ਨੇ ਅਤੇ ਮਕਾਨ ਵੀ ਨਹੀਂ ਖਾਲੀ ਕਰਦੇ, ਅਤੇ ਕੋਈ ਦੂਰਾ ਘਾਟਾ ਪੈ ਗਿਆ। ਕਿਰਾਇਆ ਵੀ ਦੇਣਾ ਬੰਦ ਕਰ ਦਿੰਦੇ ਨੇ ਅਤੇ ਮਕਾਨ ਵੀ ਨਹੀਂ ਖਾਲੀ ਕਰਦੇ।
ਇਸ ਲਈ ਕਿਸੇ ਲਈ ਮਕਾਨ ਪਾਉਣ ਦੀ ਲੋੜ ਨਹੀਂ, ਨਾ ਆਪਣੇ ਜਵਾਕਾਂ ਲਈ, ਆਪਣੇ ਲਈ ਪਾਉਣਾ। ਤੁਸੀਂ ਆਪਣੇ ਮਾਂ ਬਾਪ ਦੇ ਘਰ 'ਚ ਨਹੀਂ ਰਹੇ, ਤੁਹਾਡੇ ਬੱਚੇ ਨੂੰ ਤੁਹਾਡੇ ਘਰ 'ਚ ਨਹੀਂ ਰਹਿਣਾ, ਫਿਰ ਕਿਹਦੇ ਲਈ ਪਾਉਣਾ? ਆਪਣੇ ਲਈ ਪਾ ਲਓ, ਆਪਣੇ ਲਈ ਪਾ ਲਓ। ਤੁਹਾਡੇ ਬੱਚੇ ਤੁਹਾਡੇ ਘਰ 'ਚ ਨਹੀਂ ਰਹਿਣਾ। 95% ਲੋਕ ਆਪਣੇ ਘਰ ਆਪ ਪਾਉਂਦੇ ਨੇ, ਆਪਣੇ ਮਾਂ ਪਿਓ ਦੇ ਘਰ 'ਚ ਨਹੀਂ ਰਹਿੰਦੇ। ਸਿਰਫ 5% ਲੋਕ ਹੋਣਗੇ ਜਿਹੜੇ ਬਾਪੂ ਦੇ ਘਰ 'ਚ ਰਹਿੰਦੇ ਨੇ। ਤੁਸੀਂ ਜਿੰਨੇ ਬੈਠੇ ਹੋ, ਤੁਹਾਡੇ ਬਹੁਤਿਆਂ ਨੇ ਆਪ ਘਰ ਪਾਏ ਨੇ, ਪਿਤਾ ਦੇ ਘਰ 'ਚ ਰਹੇ ਹੀ ਨਹੀਂ, ਤੁਸੀਂ ਰਹੇ। ਯਾਦ ਰੱਖੋ, ਆਹ ਜਿਹੜੇ ਦੂਰੀਆਂ ਤੀਰੀਆਂ ਮੰਜ਼ਿਲਾਂ ਪਾਉਂਦੇ ਨੇ, ਮੈਂ ਕਦੇ ਕੋਲ ਲੱਗਦਾ ਹੱਸ ਪੈਣਾ, ਮੈਂ ਕਿੱਡੇ ਵੱਡੇ ਅਗਿਆਨੀ ਨੇ। ਵੀ ਤੁਸੀਂ ਸ਼ਹਿਰ 'ਚ ਘਰ ਪਾ ਰਹੇ ਹੋ ਤਾਂ ਮੈਂ ਤੁਸੀਂ ਆਪ ਪਾ ਰਹੇ ਹੋ, ਬਾਪੂ ਦਾ ਛੱਡ ਆਏ ਹੋ ਨਾ, ਤੁਹਾਡੇ ਬੱਚਿਆਂ ਨੂੰ ਵੀ ਤੁਹਾਡਾ ਘਰ ਛੱਡ ਜਾਣਾ। ਫਿਰ ਇੰਨੀ 2-2 3-3 ਮੰਜ਼ਿਲਾਂ ਪਾਉਣ ਦਾ ਕਿਆ ਫਾਇਦਾ ਹੈ? ਫਿਰ ਉਹਨਾਂ ਨੇ ਤੁਹਾਡੇ ਘਰ 'ਚ ਰਹਿਣਾ ਨਹੀਂ, ਅਤੇ ਤੁਸੀਂ ਕਿੰਨਾ ਸਮਾਂ ਕਿਸ਼ਤਾਂ ਲਾਉਂਦੇ ਰਹਿਣਾ, ਕਰਜ਼ਾ ਲਾਉਂਦੇ ਰਹਿਣਾ ਹੈ। ਜੇ ਕਿਸੇ ਨੂੰ ਸਮਝਾਓ, ਉਹ ਸਮਝਦਾ ਨਹੀਂ ਹੈ। ਕਿਹੜੇ ਕਿ ਸਮੱਸਿਆ? ਤੁਸੀਂ ਕਿਸੇ ਨੂੰ ਵੀ ਕਹਿ ਲਓ ਵੀ ਤੂੰ ਆਪਣੇ ਬਾਪ ਦੇ ਘਰ 'ਚ ਰਹਿਣਾ, ਉਹ ਕਹੇ ਨਹੀਂ, ਫਿਰ ਤੇਰੇ ਬੱਚੇ ਨੂੰ ਤੇਰੇ ਘਰ 'ਚ ਨਹੀਂ ਰਹਿਣਾ, ਫਿਰ ਤੂੰ ਐਡੀ ਬਿਲਡਿੰਗ ਕਿਉਂ ਪਾ ਰਿਹਾ ਬਈ? ਫਿਰ ਨਹੀਂ ਕਿਉਂ ਪਾ ਰਿਹਾ? ਨਹੀਂ ਮੰਨਦੇ? ਕਿਸੇ ਨੂੰ ਕਹਿ ਕੇ ਦੇਖ ਲਿਆ, ਨਹੀਂ ਮੰਨੇਗਾ, ਧੱਕੇ ਖਾਈ ਜਾਏਗਾ, ਬਾਅਦ 'ਚ ਖਾਈ ਜਾਵੇ ਫਿਰ ਧੱਕੇ। ਇਸ ਲਈ ਇਹ ਬੰਦਾ ਗੁਰੂ ਦੇ ਆਖੇ ਨਹੀਂ ਲੱਗਦਾ, ਫਿਰ ਧੱਕੇ ਖਾਂਦਾ ਰਹਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਮਨ ਕਰਹਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਜੇ, ਗੁਰ ਅੱਗੇ ਕਰ ਜੋਦਰੀ, ਜਾਂ ਨਾਨਕ ਹਰ ਮਿਲਾਏ। ਗੁਰੂ ਦੇ ਆਖੇ ਲੱਗ, ਗੁਰੂ ਨੂੰ ਬੇਨਤੀ ਕਰ ਤਾਂ ਜੋ ਤੈਨੂੰ ਪਰਮਾਤਮਾ ਨਾ ਮਿਲਾ ਦੇਣ। ਗੌੜੀ ਮਹਿਲਾ ਚੌਥਾ। ਮਨ ਕਰਲਾ ਵਿਚਾਰਿਆ, ਵਿਚਾਰ ਦੇਖ ਸੰਭਾਲ। ਸੰਭਾਲ ਪੜ੍ਹਨਾ ਮੰਮੇ ਦੇ ਪੈਰ 'ਚ ਹਾਹਾ ਲਾ ਕੇ। ਬਨ ਫਿਰ ਥੱਕੇ ਬਨਵਾਸੀਆ, ਫਿਰ ਗੁਰਮਤਿ ਹਿਰਦੈ ਨਿਹਾਲ। ਮਨ ਕਰਹਲਾ ਵਿਚਾਰੀਆ, ਹੇ ਵਿਚਾਰਵਾਨ ਮਨ, ਹੁਣ ਹੋ ਤੇ ਤੂੰ ਅਵਾਰਾ ਗਿਆ, ਪਰ ਹੈ ਤੇ ਵਿਚਾਰਵਾਨ ਸੀ ਤੂੰ। ਵਿਚਾਰ ਦੇਖ, ਵਿਚਾਰ ਕਰਕੇ ਦੇਖ, ਸੰਭਾਲ, ਤੂੰ ਪਰਮਾਤਮਾ ਦਾ ਨਾਮ ਜਪ। ਬਨ ਫਿਰ ਥੱਕੇ ਬਨਵਾਸੀਆ, ਜਿਹੜੇ ਬਨਾਂ 'ਚ ਰਹਿੰਦੇ ਨੇ, ਉਹ ਕਦੇ ਕਿਤੇ ਜੰਗਲ 'ਚ, ਕਦੇ ਕਿਤੇ ਜੰਗਲ 'ਚ ਰਹਿੰਦੇ ਨੇ, ਉਹ ਥੱਕ ਗਏ ਨੇ। ਫਿਰ ਗੁਰਮਤਿ ਹਿਰਦੈ ਨਿਹਾਲ, ਇਸ ਲਈ ਤੂੰ ਵੀ ਬਾਹਰ ਘੁੰਮੀ ਜਾਂਦਾ ਹੈ, ਤੂੰ ਵੀ ਵਿਚਾਰ ਕਰਕੇ ਦੇਖ। ਫਿਰ ਗੁਰਮਤਿ ਹਿਰਦੈ ਨਿਹਾਲ, ਗੁਰੂ ਦੀ ਮੱਤ 'ਤੇ ਚੱਲ ਕੇ ਫਿਰ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵੇਖ ਲੈ। ਨਿਹਾਲ ਦਾ ਵੇਖਣਾ, ਤੂੰ ਫਿਰ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵੇਖ ਲਏਗਾ। ਫਿਰ ਗੁਰੂ ਦੀ ਮੱਤ ਗ੍ਰਹਿਣ ਕਰਨੀ। ਗੁਰੂ ਕਹਿੰਦੇ ਕਿਤੇ ਭਟਕਣ ਦੀ ਲੋੜ ਨਹੀਂ, ਜਿੱਥੇ ਹੋ ਉੱਥੇ ਸਭ ਕੁਛ ਹੋ ਜਾਏਗਾ। ਜਿੱਥੇ ਵੀ ਹੋ ਉੱਥੇ ਤੁਹਾਨੂੰ ਪਰਮਾਤਮਾ ਮਿਲ ਜਾਏਗਾ। ਗੱਲ ਤੇ ਸ਼ੁਭ ਕਰਮ ਕਰਨਾ ਅਤੇ ਨਾਮ ਜਪਣਾ, ਬਸ ਗੱਲਾਂ ਹੀ 2 ਪੱਲੇ ਬੰਨ੍ਹ ਲੈਣੇ। ਜ਼ਿੰਦਗੀ ਗਲਤ ਕੰਮ ਨਹੀਂ ਕਰਨਾ, ਸਿਆਪਾ ਖੜਾ ਹੋ ਜਾਏਗਾ ਜ਼ਿੰਦਗੀ ਸਾਰੀ, ਬਾਕੀ ਜ਼ਿੰਦਗੀ ਬਰਬਾਦ ਹੋ ਜਾਏਗੀ। ਬਾਕੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇੱਕ ਵਾਰੀ ਮੁਕੱਦਮਾ ਚੱਲ ਜਾਏ, 20-20 ਸਾਲ ਫੈਸਲੇ ਹੀ ਨਹੀਂ ਹੁੰਦੇ। ਅਤੇ ਜਦੋਂ ਮੁਕੱਦਮਾ ਚੱਲਦਾ ਤਾਂ ਮਨ ਨੂੰ ਚਿੰਤਾ ਤਾਂ ਰਹਿੰਦੀ ਹੈ ਨਾ, ਸ਼ਾਂਤੀ ਤਾਂ ਖਤਮ ਹੈ। ਸ਼ਾਂਤੀ ਹੀ ਨਹੀਂ ਰਹੀ ਅਤੇ ਸਿਮਰਨ ਭਜਨ ਬੰਦਗੀ ਕਿਵੇਂ ਹੋਵੇਗੀ? ਕਰਮ ਸ਼ੁਭ ਕਰਨੇ ਚਾਹੀਦੇ ਨੇ, ਅਤੇ ਬਾਣੀ ਪੜ੍ਹਨੀ ਚਾਹੀਦੀ, ਨਾਮ ਜਪਣਾ ਚਾਹੀਦਾ। ਬਾਕੀ ਠੀਕ ਆਪਣਾ ਪਰਿਵਾਰ ਪਾਲੋ ਕਿਰਤ ਕਰਕੇ, ਕੋਈ ਲੰਮਾ ਚੌੜਾ ਕੰਮ ਨਹੀਂ ਹੈ। ਜੇ ਅਸੀਂ ਸ਼ੁਭ ਕਰਮ ਹੀ ਕਰਨ ਲੱਗ ਜਾਈਏ ਤਾਂ ਵੀ ਅਸੀਂ ਸੁਖੀ ਹੋ ਜਾਂਦੇ ਹਾਂ। ਠੀਕ ਹੈ, ਰੱਬ ਨਹੀਂ ਮਿਲੇਗਾ, ਵੈਸੇ ਤਾਂ ਸੁਖੀ ਹੋ ਜਾਵਾਂਗੇ। ਇੱਕ ਬੰਦਾ ਕੋਈ ਮਾੜਾ ਕੰਮ ਹੀ ਨਹੀਂ ਕਰਦਾ, ਠੀਕ ਹੈ। ਕਈ ਲੋਕ ਐਸੇ ਨੇ ਜਿਹਨਾਂ ਸਾਰੀ ਉਮਰ 'ਚ ਉਹਨਾਂ ਥਾਣੇ ਦਾ ਮੂੰਹ ਨਹੀਂ ਵੇਖਿਆ ਹੈ, ਲੋੜ ਨਹੀਂ ਪਈ, ਕੋਈ ਪੁੱਠਾ ਕੰਮ ਹੀ ਨਹੀਂ ਕੀਤਾ।
ਹਾਂ, ਕਿਸੇ ਦੇ ਨਾਲ ਕੋਈ ਜਾਣਾ, ਕਈ ਵਾਰੀ ਆਪਾਂ ਨੂੰ ਜਾਣਾ ਪੈਂਦਾ ਹੈ, ਆਂਢ ਗੁਆਂਢ ਕੋਈ ਘਟਨਾ ਵਾਪਰ ਗਈ ਹੈ, ਆਪਾਂ ਉਹਦੇ ਨਾਲ ਚਲੇ ਜਾਂਦੇ, ਥੋੜ੍ਹੇ ਉਹਨੂੰ ਹੌਸਲਾ ਜੇ ਮਿਲਣਾ, 2 ਬੰਦੇ ਆਏ ਨੇ, ਨਹੀਂ ਤਾਂ ਕਈ ਵਾਰੀ ਸਾਰੀ ਉਮਰ ਲੋੜ ਨਹੀਂ ਪੈਂਦੀ। ਸ਼ੁਭ ਕਰਮ ਕਰਨ ਨਾਲ ਜ਼ਿੰਦਗੀ ਸੁਖੀ ਹੋ ਜਾਂਦੀ ਹੈ, ਨਾਮ ਜਪਣ ਨਾਲ ਫਿਰ ਬੱਲੇ ਬੱਲੇ ਹੁੰਦੀ ਹੈ ਭਾਈ। ਇਸ ਲਈ ਸ਼ੁਭ ਕਰਮ ਵੀ ਕਰਨੇ ਅਤੇ ਨਾਮ ਵੀ ਜਪਣਾ, ਕਿਉਂਕਿ ਮਨ ਕਦੇ ਕਿਤੇ ਜਾਂਦਾ, ਕਦੇ ਕਿਤੇ ਜਾਂਦਾ। ਇਸ ਨੂੰ ਉਦਾਹਰਣ ਨੂੰ ਦਿੱਤੀ ਹੈ, ਬਨ ਫਿਰ ਥੱਕੇ ਬਨਵਾਸੀਆ, ਜਿਹੜੇ ਜੰਗਲ 'ਚ ਰਹਿੰਦੇ ਨੇ, ਕਹਿੰਦੇ ਜੰਗਲ 'ਚ ਫਿਰ ਫਿਰ ਕੇ ਥੱਕ ਗਏ, ਉਹ ਜੰਗਲ 'ਚ ਫਿਰ ਫਿਰ ਕੇ ਥੱਕ ਗਏ, ਉਹਨੂੰ ਰੱਬ ਨਹੀਂ ਮਿਲਿਆ। ਫਿਰ ਗੁਰਮਤਿ ਹਿਰਦੈ ਨਿਹਾਲ, ਹਾਂ, ਜਦੋਂ ਉਹਨੇ ਗੁਰੂ ਦੀ ਮੱਤ ਧਾਰਨ ਕੀਤੀ, ਫਿਰ ਉਹਨਾਂ ਨੇ ਫਿਰ ਪ੍ਰਭੂ ਪਤੀ ਨੂੰ ਹਿਰਦੇ ਦੇ ਵਿੱਚ ਹੀ ਵੇਖ ਲਿਆ। ਸੋ ਇਸ ਲਈ ਵਿਚਾਰ ਕਰਨੀ ਹੈ, ਵਿਚਾਰ ਕਰਕੇ ਫਿਰ ਪਤਾ ਲੱਗੇਗਾ ਨਾਮ ਜਪਣਾ ਹੈ। ਨਾਮ ਜਪਦੇ ਗਏ, ਸ਼ੁਭ ਕਰਮ ਕਰਦੇ ਗਏ, ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।